ਨਵਾਬ ਖਾਨ ਦੀ ਕਿਤਾਬ ਅਕੀਦਤ ਦੀ ਅਗਲੀ ਲਿਖਤ ਹੈ ਬਖਸ਼ਿਸ਼ਾਂ ਦੀ ਜਾਈ ਪੰਜਾਬੀ। ਇੰਜ ਜਾਪਦਾ ਜਿਵੇਂ ਸਿੱਧਾਂ ਤੇ ਨਾਥਾਂ ਦੀਆਂ ਧੁਨੀਆਂ ਦੀ ਅੱਗ ਚੋਂ ਇਸ ਦਾ ਜਨਮ ਕੁਕਨਸ ਵਾਂਗ ਹੋਇਆ ਹੋਵੇ। ਫਿਰ ਸ਼ੇਖ ਫਰੀਦ ਦੀ ਸੋਹਬਤ ਵਿੱਚ ਮਿੱਠਰ ਦੇ ਜਮ ਵਿੱਚੋਂ ਘੁੱਟਾਂ ਭਰਦੀ ਹੋਈ ਬਾਬੇ ਨਾਨਕ ਤੱਕ ਅੱਪੜੀ ਤੇ 13 ਤੋਂ 13 ਤੱਕ ਦੇ ਸਫ਼ਰ ਨੂੰ ਨਿਹਾਰਦੇ ਹੋਏ ਰਹੱਸਾਂ ਦੀ ਉਚਾਈ ਤੱਕ ਪਹੁੰਚੀ ਤੇ ਫਿਰ 9 ਗੁਰੂਆਂ ਦੇ ਚਰਨਾਮਤ ਨੂੰ ਗ੍ਰਹਿਣ ਕਰਦੇ ਹੋਏ ਦਸ਼ਮ ਪਿਤਾ ਦੀ ਹਜ਼ੂਰੀ ਵਿੱਚ ਭੰਗਾਨੀ ਦੇ ਕੌਤਕਾਂ ਨੂੰ ਤੱਕਦੇ ਹੋਏ ਜਵਾਨ ਹੋਈ। ਬੁੱਲੇ ਦੀਆਂ ਕਾਫੀਆਂ ਤੇ ਵਾਰਿਸ ਦੀ ਹੀਰ ਇਸ ਦੇ ਸੁਹਜ ਤੇ ਸੁਹੱਪਣ ਦੀ ਸਿਖਰ ਹੈ। ਕਿੰਨੇ ਹੀ ਹੁਕਮਰਾਨ ਤੇ ਹਾਕਮ ਇੱਥੇ ਕਾਬਜ਼ ਹੋਏ ਤੇ ਖਾਕ ਹੋ ਗਏ, ਪਰ ਇਸ ਦਾ ਸੁਹੱਪਣ ਜਿਉਂ ਦਾ ਤਿਉਂ ਹੈ, ਸਗੋਂ ਹੋਰ ਸਿਖਰ ਵੱਲ ਵਧਿਆ ਹੈ। ਕਿੰਨਾ ਕਮਾਲ ਹੈ ਇਸ ਦੀ ਤਾਸੀਰ ਵਿੱਚ ਤੇਗ ਤੇ ਰਬਾਬ ਦੋਵੇਂ ਰਲ ਕੇ ਦੌੜਦੇ ਨੇ। ਲੱਖਾਂ ਹੀ ਕੌਤਕ ਇਸ ਦੇ ਸ਼ਬਦਾਂ ਦੀ ਪਰਿਕਰਮਾ ਕਰਦੇ ਨੇ। ਕਿੰਨੇ ਹੀ ਤਲਸਮ ਇਸ ਦੇ ਰੂਪ ਵਿੱਚ ਬਿਰਾਜਮਾਨ ਨੇ। ਕਦੇ ਕਦੇ ਮੈਨੂੰ ਖਿਆਲ ਆਉਂਦਾ ਹੁੰਦਾ ਕਿ ਤਸਬੀਹਾਂ ਫੇਰਦੇ ਹੱਥਾਂ ਦੀ ਵੈਰਾਗਮਈ ਕੈਫੀਅਤ ਅਤੇ ਰਨਾਂ ਵਿੱਚ ਜੂਝਦੇ ਸ਼ਾਸਤਰਾਂ ਦੀ ਲਿਸ਼ਕ ਨੂੰ ਇੱਕੋ ਭਾਂਡੇ ਵਿੱਚ ਪਿਘਲਾ ਕੇ ਇਸ ਦੀ ਨੁਹਾਰ ਤਿਆਰ ਕੀਤੀ ਗਈ ਹੋਵੇਗੀ। ਤਾਂ ਹੀ ਤਾਂ ਇਕਾਂਤ ਵਿੱਚ ਇਸ ਦੇ ਸ਼ਬਦਾਂ ਨੂੰ ਉਚਾਰ ਲੈਣਾ ਵੀ ਬੰਦਗੀ ਜਿਹਾ ਹੀ ਹੈ, ਬਿਲਕੁਲ ਗੰਭੀਰ ਮੌਨ ਵਿੱਚ ਉਤਰ ਜਾਣ ਜਿਹਾ। ਸ਼ਕਰਗੰਜ ਦੀ ਮਿੱਠਤ ਬਿਰਾਜਮਾਨ ਹੈ ਇਸ ਦੀ ਤਾਸੀਰ ਵਿੱਚ ਤੇ ਸੱਚੇ ਪਾਤਸ਼ਾਹ ਦੀ ਤੇਗ ਦੀ ਚਮਕ ਗਰਦਿਸ਼ ਕਰਦੀ ਹੈ ਇਸ ਦੇ ਹੁਸਨ ਵਿੱਚ। ਹੁਣ ਜੋ ਭਾਸ਼ਾ ਪਾਕਪਟਨ ਦੇ ਰਹੱਸ ਤੇ ਭੰਗਾਨੀ ਦੇ ਕੌਤਕਾਂ ਨੂੰ ਸੀਨੇ ਵਿੱਚ ਸਮੋਈ ਬੈਠੀ ਹੋਵੇ, ਉਸ ਦੀ ਹੋਂਦ ਨੂੰ ਖਤਮ ਕਰਨ ਦੀ ਆਸ ਰੱਖਣ ਵਾਲੀ ਮਾਨਸਿਕਤਾ ਤੇ ਤਰਸ ਅਤੇ ਹਾਸਾ ਹੀ ਆ ਸਕਦਾ। ਸ਼ਬਦ ਤਾਂ ਹੁੰਦੇ ਹੀ ਕਾਲ ਰਹਿਤ ਨੇ। ਅੱਖਰਾਂ ਨੂੰ ਤੁਸੀਂ ਕਿਸ ਸਮੇਂ ਵਿੱਚ ਬੰਨੋਗੇ? ਮੁੱਢਲੇ ਮਨੁੱਖ ਨੇ ਅੱਖਰਾਂ ਦੇ ਜੋ ਆਕਾਰ ਘੜੇ ਹੋਣਗੇ ਜਾਂ ਪੁਰਾਤਨ ਲਿਖਤਾਂ ਵਿੱਚ ਜੋ ਸ਼ਬਦ ਬਿਰਾਜਮਾਨ ਨੇ, ਆਧੁਨਿਕ ਕਾਲ ਦੀਆਂ ਸਾਰੀਆਂ ਲਿਪੀਆਂ ਉਸੇ ਦਾ ਹੀ ਨਵੀਨ ਰੂਪ ਨੇ। ਪੁਰਾਣੇ ਸ਼ਿਲਾਲੇਖਾਂ 'ਚ ਜੋ ਹਰਫ ਮੌਜੂਦ ਨੇ, ਆਧੁਨਿਕ ਲਿਪੀਆਂ ਵੀ ਉਸੇ ਦਾ ਹੀ ਸਾਰ ਨੇ। ਆਦਿ ਕਾਲ ਵਿੱਚ ਜਿਹੜੀ ਕਲਾ ਕਦੇ ਉਦੇ ਹੋਈ, ਸਾਰੀਆਂ ਕਲਾਵਾਂ ਉਸੇ ਨੀਰ ਦੀ ਹੀ ਧਾਰ ਨੇ। ਤੱਕੇ ਵਰਤਾਰੇ ਜਿਹੜੇ ਹੋਣੇ ਹਵਾ ਆਦਮ ਨੇ, ਆਪਣੇ ਉਹ ਸਾਡੇ ਤੱਕ ਗੱਲਾਂ ਬਰਹਕ ਨੇ। ਅੱਕਾਂ ਦੀ ਤਾਸੀਰ ਵਿੱਚ ਮਹਿਕਦੇ ਫੁੱਲ ਨੇ ਤੇ ਫੁੱਲਾਂ ਦੀ ਮਹਿਕ 'ਚ ਬਿਰਾਜ ਕਈ ਅੱਕ ਨੇ। ਆਧੁਨਿਕ 35 ਦੇ ਅੱਖਰ ਵੀ ਪੰਜਾਬ ਦੀ ਆਬੋ ਹਵਾ ਵਿੱਚ ਯੁਗਾਂ ਤੋਂ ਹੀ ਫਿਰਤ ਕਰਦੇ ਹੋਣਗੇ। ਬਸ ਇੱਕ ਸਮਾਂ ਆਇਆ ਤੇ ਇਹਨਾਂ ਨੇ ਲਿਖਤੀ ਰੂਪ ਧਾਰ ਲਿਆ ਤੇ ਫਿਰ ਇਹਨਾਂ ਹੀ ਹਰਫਾਂ ਤੇ ਹੁਮਾਂ ਪੰਛੀ ਦੇ ਤਿਲਿਸਮੀ ਖੰਭਾਂ ਦਾ ਸਾਇਆ ਪੈ ਗਿਆ ਹੋਣਾ, ਜੋ ਇਸ ਨੂੰ ਸਦਾ ਹੀ ਬਾਦਸ਼ਾਹਤ ਬਖਸ਼ ਗਿਆ। ਜਿਸ ਭਾਸ਼ਾ ਨੂੰ ਗੁੜਤੀ ਹੀ ਬੰਦਗੀ ਵਿੱਚ ਲੀਨ ਰੂਹਾਂ ਦੇ ਹੱਥੋਂ ਮਿਲੀ ਹੋਵੇ, ਉਸ ਦੀ ਚਮਕ ਅਤੇ ਰੌਸ਼ਨੀ ਦੇ ਜੁਗਾਦੀ ਹੋਣ ਵਿੱਚ ਕੀ ਸ਼ੱਕ ਹੋ ਸਕਦਾ ਹੈ। ਤੈਨੂੰ ਗੁੜਤੀ ਮਿਲੀ ਫਰੀਦ ਤੋਂ, ਸ਼ਾਹ ਵਾਰਿਸ ਜਿਹੇ ਮੁਰੀਦ ਤੋਂ, ਤੇਰੇ ਨੈਣੀ ਨੂਰ ਕਬੀਰ ਦਾ, ਪਿੱਠ ਥਾਪੜਾ ਮੀਆਂ ਮੀਰ ਦਾ, ਤੈਨੂੰ ਬਖਸ਼ਿਸ਼ ਨਾਨਕ ਪੀਰ ਦੀ, ਬੁੱਲੇ ਜਿਹੇ ਮਸਤ ਫਕੀਰ ਦੀ, ਤੈਨੂੰ ਆਸਰਾ ਉੱਚ ਦੇ ਪੀਰ ਦਾ ਤੇ ਨਲੂਏ ਦੀ ਸ਼ਮਸ਼ੀਰ ਦਾ, ਤੇਰੇ ਮਹਿਕਾਂ ਸੂਰਮੇ ਪਾਉਂਦੀਆਂ, ਤੇਰੇ ਹੀਰਾਂ ਸੱਸੀਆਂ, ਤੈਨੂੰ ਹੀਰਾਂ ਸੱਸੀਆਂ ਗਾਉਂਦੀਆਂ, ਤੇਰੇ ਸਾਹੀ ਬੰਦਗੀ ਮੇਲਦੀ, ਮੱਥੇ ਵਿੱਚ ਰੌਣਕ ਖੇਲਦੀ, ਤੇਰੀ ਮਿੱਟੀ ਕਰੇ ਅਰਾਧਨਾ ਤੇ ਥੇਹਾਂ ਕਰਦੀਆਂ ਸਾਧਨਾ, ਤੇਰੇ ਪੈਰੀ ਝਾਂਜਰ ਇਸ਼ਕ ਦੀ, ਜੋ ਸਗਲ ਧਰਤ ਵਿੱਚ ਲਿਸ਼ਕਦੀ, ਜਿਉਂ ਡੇਲੇ ਫੁੱਟਣ ਕਰੀਰ ਚੋਂ, ਆਏ ਖੁਸ਼ਬੂ ਤੇਰੀ ਤਾਸੀਰ ਚੋਂ। ਤੇਰਾ ਅੱਖਰ ਅੱਖਰ ਪਾਕ ਹੈ, ਤੇਰਾ ਪੀਰਾਂ ਦੇ ਨਾਲ ਸਾਕ ਹੈ, ਤੂੰ ਕੌਤਕ ਦੀ ਕੋਈ ਕਿਸਮ ਹੈ, ਤੇਰੇ ਰੂਪ 'ਚ ਕੋਈ ਤਲਿਸਮ ਹੈ, ਤੂੰ ਹੈ ਪਰਵਾਜ਼ ਉਕਾਬ ਦੀ, ਤੂੰ ਰੌਣਕ ਦੇਸ਼ ਪੰਜਾਬ ਦੀ, ਤੂੰ ਰੌਣਕ ਦੇਸ਼ ਪੰਜਾਬ ਦੀ। ਅੱਜ ਵੀ ਤੁਸੀਂ ਉਹਨਾਂ ਸ਼ਬਦਾਂ ਨੂੰ ਰੂਹੀਆਂ ਅਤੇ ਬੇਲਿਆਂ 'ਚ ਗੂੰਜਦੇ ਸੁਣ ਸਕਦੇ ਹੋ, ਜੋ ਕਦੇ ਸੁਖਣ ਦੇ ਵਾਰਿਸ ਨੇ ਮਲਕਾ ਹਾਂਸ ਦੀ ਮਸੀਤ ਵਿੱਚ ਉਚਾਰੇ ਸੀ, ਤੇ ਉਹ ਵਾਕ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਤੈਰਦੇ ਨੇ, ਜੋ ਕਦੇ ਨਾਥਾਂ ਤੇ ਯੋਗੀਆਂ ਦੇ ਟਿੱਲਿਆਂ ਵਿੱਚ ਪੜ੍ਹੇ ਸੀ। ਅਗਲੀ ਲਿਖਤ ਹੈ ਨੌਵੇਂ ਨਾਨਕ। ਐਸਾ ਕਿਤੇ ਮਾਰਫਤੀ ਨੂਰ ਨਹੀਂਓ ਤੱਕਿਆ, ਲਿਸ਼ਕਦਾ ਸੀਸ ਜੋ ਜਮਾਲ ਨਹੀਂਓ ਵੇਖਿਆ, ਬੜਾ ਕੁਝ ਵੇਖਿਆ ਏ ਨਜ਼ਰ ਨੇ ਹੁਣ ਤੱਕ, ਪਰ ਤੇਥੋਂ ਵੱਧ ਕੇ ਕਮਾਲ ਨਹੀਂਓ ਵੇਖਿਆ। ਅਗਲੀ ਲਿਖਤ ਹੈ
ਦਸਵੇਂ ਨਾਨਕ। ਤੇਗਾਂ ਉੱਤੇ ਉਕਰੇ ਗਏ ਵਾਕ ਚੌਪਈ ਦੇ, ਹਵਾ ਵਿੱਚ ਆਹਟ ਕੋਈ ਖੰਡਿਆਂ ਦੀ ਗੂੰਜ ਗਈ। ਤੀਰਾਂ ਉੱਤੇ ਲਿਖ ਦਿੱਤਾ ਜਾਪ ਸਾਹਿਬ ਤੁਸਾਂ ਨੇ, ਦੀਦ ਥੋਡੀ ਬਦੀਆਂ ਦੇ ਕਿਲਿਆਂ ਨੂੰ ਹੂੰਝ ਗਈ। ਅਗਲੀ ਲਿਖਤ ਹੈ ਲਾਹੌਰ। ਚੇਤਿਆਂ 'ਚ ਬਾਣੀਆਂ ਦੇ ਵਾਕ ਜ਼ਿੰਦਾ ਰਹਿਣਗੇ, ਨਾਨਕ ਫਰੀਦ ਵਾਲੇ ਸਾਕ ਜ਼ਿੰਦਾ ਰਹਿਣਗੇ। ਕੌਣ ਕਹੇ ਵੰਡ ਤੋਂ ਲਾਹੌਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਸਿੰਜੀ ਜਿਹੜੀ ਬਾਬਿਆਂ ਨੇ ਭੌਂ ਨਹੀਂ ਉਹ ਸੁੱਕਣੀ, ਸਾਈਂ ਮੀਆਂ ਮੀਰ ਵਾਲੀ ਸਾਂਝ ਨਹੀਂ ਉਹ ਮੁੱਕਣੀ। ਔਰੰਗੇ ਮੱਸੇ ਜਕਰੀਏ ਹੋਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਝਣਾ ਦੀਆਂ ਨੀਰਾਂ ਤੇ ਪ੍ਰੀਤ ਰਹੂ ਤਰਦੀ, ਬੇਲਿਆਂ 'ਚੋਂ ਵੰਝਲੀ ਦੀ ਹੂਕ ਨਹੀਂ ਉਹ ਮਰਦੀ। ਕੈਦੋ ਸਾਰੇ ਪਲਕਾਂ ਦੇ ਫੋਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਲੰਗਰਾਂ ਦੀ ਦਾਤ ਮਿਲੂ ਬਾਬੇ ਦਿਆਂ ਵੀਹਾਂ 'ਚੋਂ, ਉੱਗ ਪੈਣੀ ਸ਼ਰਧਾ ਸਲੀਬਾਂ ਸੂਲੀ ਨੀਹਾਂ 'ਚੋਂ। ਪੰਧ ਉੱਤੇ ਕੰਡੇ ਸੂਲਾਂ ਥੋਹਰ ਮੁੱਕ ਜਾਂਦੇ ਨੇ, ਚੁੱਪ ਵਿੱਚ ਆਣ ਸਾਰੇ ਸ਼ੋਰ ਮੁੱਕ ਜਾਂਦੇ ਨੇ। ਅਗਲੀ ਲਿਖਤ ਹੈ ਰਾਵੀ ਦੇ ਪਾਣੀ। ਝੰਗ ਦਿਆਂ ਰਾਹਾਂ ਜਹੀ ਤਾਂ ਤੇਰੀ ਹੈ ਤਸੀਰ ਜਮਾ, ਚਾਕ ਤਾਂ ਨਹੀਂ ਜੋਗੀਆਂ ਦੇ ਦਰ ਦਾ, ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀ ਹਾਂ, ਤੱਕਾ ਪਰਛਾਵਾਂ ਤੇਰਾ ਤਰਦਾ। ਝਣਾ ਦਿਆਂ ਨੀਰਾਂ ਜਿਹਾ ਮੱਥੇ ਤੇ ਜਲੌ ਹੈ ਤੇਰੇ, ਕੇਸ ਤੇਰੇ ਲੰਬੜੇ ਬਿਆਸ ਤੋਂ। ਸਾਡੀਆਂ ਤਾਂ ਅਕਲਾਂ ਦੀ ਹੱਦ ਬੜੀ ਛੋਟੀ ਚੰਨਾ, ਤੂੰ ਤਾਂ ਪਰੇ ਸੋਚਦਾ ਆਕਾਸ਼ ਤੋਂ। ਚਿੱਤ ਕਰੇ ਉੱਚੀ ਦੇਣੀ ਤਾਰਿਆਂ ਤੋਂ ਪੁੱਛ ਲਵਾਂ, ਹਾਕ ਮਾਰ ਪਤਾ ਤੇਰੇ ਘਰ ਦਾ। ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾ ਪਰਛਾਵਾਂ ਤੇਰਾ ਤਰਦਾ। ਮੱਠਾ ਮੱਠਾ ਭੁੱਬਲ 'ਚ ਹੁੰਦਾ ਜਿਵੇਂ ਸੇਕ, ਇੰਜ ਨੇਤਰਾਂ 'ਚ ਤੇਰੇ ਕੋਈ ਸਰੂਰ ਹੈ। ਸਤਲੁਜ ਜਹੀ ਰਵਾਨੀ ਤੇਰੀ ਤੋਰ 'ਚ ਰਵਾਨੀ, ਤੇਰੇ ਮੁਖ ਉੱਤੇ ਧੁੱਪ ਜਿਹਾ ਨੂਰ ਹੈ। ਮਿੱਠੀ ਮਿੱਠੀ ਵਾਸ਼ਨਾ ਜੀ ਹਵਾ ਵਿੱਚ ਉੱਡੀ ਜਾਵੇ, ਹੱਥ ਤੂੰ ਜਾ ਤਲੀਆਂ ਤੇ ਧਰਦਾ। ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾ ਪਰਛਾਵਾਂ ਤੇਰਾ ਤਰਦਾ। ਸਿੰਧ ਦਿਆਂ ਪਾਣੀਆਂ 'ਚ ਮਿਸ਼ਰੀ ਨੂੰ ਘੋਲ ਕੇ, ਤੂੰ ਸੱਚੀ ਰੱਖ ਰੱਖਿਆ ਜ਼ੁਬਾਨ ਤੇ। ਜੈਲਮ ਦਾ ਆਬ ਪੜ੍ਹੇ ਨਜ਼ਮਾਂ ਹਜ਼ੂਰ, ਅਸੀਂ ਸੁਣਿਆ ਕਿ ਤੇਰੀ ਮੁਸਕਾਨ ਤੇ। ਆਸ਼ਿਕ ਦੀ ਦੀਦ ਹੁੰਦੀ ਜਦੋਂ ਤੇਰੀ ਦੀਦ, ਆਸ਼ਿਕ ਦੀ ਈਦ ਹੁੰਦੀ ਜਦੋਂ ਤੇਰੀ ਦੀਦ ਹੁੰਦੀ। ਬੱਦਲ ਹੈ ਸੋਕਿਆਂ ਤੇ ਵਰਦਾ, ਰਾਵੀ ਦਿਆਂ ਪਾਣੀਆਂ 'ਚ ਪੈਰ ਜਦੋਂ ਰੱਖਦੀਆਂ, ਤੱਕਾ ਪਰਛਾਵਾਂ ਤੇਰਾ ਤਰਦਾ। ਅਗਲੀ ਲਿਖਤ ਹੈ ਰਬਾਬ। ਸ਼ਬਦ ਪੀਰ ਪੱਥੇ ਤਕਦੀਰ ਹੋਏ, ਜਾਪ ਚੌਪਈ ਆਦ ਜੁਗਾਦ ਗੂੰਜੇ। ਤੇਰੀ ਸੋਹਬਤ ਮਿਲੀ ਜਦ ਨੇਤਰਾਂ ਨੂੰ, ਸਾਹਾਂ ਸੁਰਤਾਂ 'ਚ ਇਸ਼ਕ ਦੇ ਨਾਦ ਗੂੰਜੇ। ਕੀਨੇ ਠੱਲਣੇ ਵੇਗ ਅਕੀਦਤਾਂ ਦੇ, ਡੱਕੇ ਬੁੱਲਿਆਂ ਕਦੋਂ ਉਕਾਬ ਬਾਬਾ। ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਵਿੱਚ ਤੇਰੀ ਰਬਾਬ ਬਾਬਾ। ਚੜੇ ਹੁਸਨ ਹੌਸਲੇ ਜਜ਼ਬਿਆਂ ਨੂੰ, ਸੁੱਚੇ ਇਸ਼ਕ ਦਾ ਜਦ ਪ੍ਰਕਾਸ਼ ਹੋਇਆ। ਮੱਥੇ ਚਮਕੇ ਸਿਦਕ ਦੀ ਬਾਤ ਚੱਲੀ, ਅਰਪਤ ਦੀਨ ਨੂੰ ਹਰ ਸਵਾਸ ਹੋਇਆ। ਬ੍ਰਹਿਮੰਡ ਵਿਰਾਗ ਚ ਲੀਨ ਹੋਏ, ਤੇਰੇ ਹੱਥਾਂ ਛੂਹੇ ਜਦ ਆਬ ਬਾਬਾ। ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ ਬਾਬਾ। ਉੱਡੀ ਮਹਿਕ ਤੇਰੀ ਰਬਾਬ ਵਿੱਚੋਂ, ਢਲ ਕੇ ਤੇਗਾਂ ਚ ਨਿਰਾ ਜਮਾਲ ਹੋਈ। ਜੋਸ਼ ਗਏ ਤਰਾਸ਼ੇ ਆਣ ਪੰਧ ਉੱਤੇ, ਬੰਦਗੀ ਹੋਰ ਦੀ ਹੋਰ ਕਮਾਲ ਹੋਈ। ਵਾਕ ਬਾਣੀਆਂ ਦੇ ਤਰਨ ਪਾਣੀਆਂ ਤੇ, ਗਾਥਾ ਇਸ਼ਕ ਦੀ ਗਾਏ ਪੰਜਾਬ ਬਾਬਾ। ਹੁਸਨ ਮੱਥਿਆਂ ਤੇ ਤੇਰੀ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ ਬਾਬਾ। ਨਿਰਭਉ ਨਿਰਵੈਰ ਦੇ ਹੁਕਮ ਹੋਏ, ਮਿਟੇ ਫਾਸਲੇ ਮਜ਼ਹਬ ਤੇ ਜਾਤ ਵਾਲੇ। ਰਤ ਵਿੱਚ ਚੰਡੀ ਦਾ ਵਾਸ ਹੋਇਆ, ਪੀਤੇ ਘੁੱਟ ਤੇਰੀ ਜਦ ਦਾਤ ਵਾਲੇ। ਬਰਸੇ ਮੇਘ ਜੀਕਣ ਅਸਮਾਨ ਵਿੱਚੋਂ, ਰਚੀ ਸਿਦਕਾਂ ਚ ਐਸੀ ਤਾਬ ਬਾਬਾ। ਹੁਸਨ ਮੱਥਿਆਂ ਤੇ ਤੇਗਦਾ ਹੈ, ਵੱਜੇ ਦੇਹਾਂ ਚ ਤੇਰੀ ਰਬਾਬ ਬਾਬਾ। ਅਗਲੀ ਲਿਖਤ ਹੈ ਲਸ਼ਕਰ ਹੁਸਨ ਦਾ। ਲਸ਼ਕਰ ਹੁਸਨ ਦਾ ਰੂਹ ਤੇ ਕਰੇ ਹਮਲੇ, ਤੀਰ ਉੱਡੇ ਨੇ ਉਹਦੀ ਮੁਸਕਾਨ ਵਿੱਚੋਂ। ਉਹਦੇ ਨੈਣਾਂ ਦੀ ਤੇਗ ਨੇ ਵਾਰ ਕੀਤੇ, ਅਕਲ ਵਿਦਾ ਹੋਈ ਵੱਡੇ ਖਾਨ ਵਿੱਚੋਂ। ਅਗਲੀ ਲਿਖਤ ਹੈ ਸ਼ਿਖਰਾਂ ਦਾ ਮੌਨ। ਸ਼ਿਖਰਾਂ ਦਾ ਮੌਨ ਹੋਵੇ, ਵਗ ਰਹੀ ਪੌਣ ਹੋਵੇ। ਮੱਠੀ ਮੱਠੀ ਧੁੱਪ ਹੋਵੇ, ਕਾਇਨਾਤ ਚੁੱਪ ਹੋਵੇ।
ਤੇਰੇ ਕੇਸੀ ਹੱਥ ਹੋਣ, ਵਸਲਾਂ ਦੀ ਰਾਤ ਹੋਵੇ, ਬੁੱਲੀਆਂ ਖਾਮੋਸ਼ ਹੋਣ, ਨੈਣਾ ਰਾਹੀਂ ਬਾਤ ਹੋਵੇ। ਹੁਸਨ ਦੇ ਸਾਗਰਾਂ 'ਚ ਰੂਹ ਡੁੱਲ ਰਹੀ ਹੋਵੇ, ਪੜ੍ਹੀ ਲਿਖੀ ਸਾਰੀ ਹੀ ਤਾਲੀਮ ਭੁੱਲ ਰਹੀ ਹੋਵੇ। ਆਸ਼ਕਾਂ ਦੇ ਕਾਂਸਿਆਂ 'ਚ ਦੀਦ ਵਾਲੀ ਦਾਤ ਹੋਵੇ, ਬੁੱਲੀਆਂ ਖਾਮੋਸ਼ ਹੋਣ, ਨੈਣਾ ਰਾਹੀਂ ਬਾਤ ਹੋਵੇ। ਰਾਵੀ ਦਾ ਕਿਨਾਰਾ ਹੋਵੇ, ਵੱਖਰਾ ਨਜ਼ਾਰਾ ਹੋਵੇ, ਵੱਜ ਰਹੀ ਰਬਾਬ ਹੋਵੇ, ਸਾਹਮਣੇ ਜਨਾਬ ਹੋਵੇ, ਸੁੱਤੇ ਸਭ ਲੋਕ ਹੋਣ, ਗੂੰਜ ਰਹੀ ਨਾਇਤ ਹੋਵੇ, ਬੁੱਲੀਆਂ ਖਾਮੋਸ਼ ਹੋਣ, ਨੈਣਾ ਰਾਹੀਂ ਬਾਤ ਹੋਵੇ। ਹੁਜਰੇ 'ਚ ਬੈਠਾ ਕੋਈ ਹੀਰ ਪੜ੍ਹ ਰਿਹਾ ਹੋਵੇ, ਅੰਬਰਾਂ ਨੂੰ ਇਸ਼ਕੇ ਦਾ ਰੰਗ ਚੜ੍ਹ ਰਿਹਾ ਹੋਵੇ। ਸ਼ਾਲਾ ਮਹਿਬੂਬ ਦੀਆਂ ਬਾਹਾਂ 'ਚ ਵਫਾਤ ਹੋਵੇ, ਬੁੱਲੀਆਂ ਖਾਮੋਸ਼ ਹੋਣ, ਨੈਣਾ ਰਾਹੀਂ ਬਾਤ ਹੋਵੇ। ਅਗਲੀ ਲਿਖਤ ਹੈ ਵਸਲਾਂ ਦੀ ਠੰਡਕ। ਦੱਸੀ ਮਾਏ ਕਿਹੇ ਸੀ ਈਮਾਨ ਉਹਨਾਂ ਆਸ਼ਕਾਂ ਦੇ, ਜਿਹੜੇ ਸੀ ਪਹਾੜਾਂ ਨੂੰ ਵੀ ਚੀਰਦੇ। ਤਖ਼ਤ ਹਜ਼ਾਰਿਆਂ ਦੇ ਵੱਲ ਦੀ ਕੋਈ ਗੱਲ ਦੱਸੀ, ਦੁੱਖੜੇ ਸੁਣਾਈ ਮਾਈ ਹੀਰ ਦੇ। ਵਸਲਾਂ ਦੀ ਠੰਡਕ ਦੇ ਬਾਰੇ ਦੱਸੀ ਮਾਏ ਮੈਨੂੰ, ਪੀੜ ਦੱਸੀ ਬਿਰਹੋਂ ਦੀ ਚੀਸਦੀ। ਈਸਾ ਤੇ ਯੋਹੰਨਾ ਦੀ ਵੀ ਬਾਤ ਕੋਈ ਦੱਸੀ ਮਾਏ, ਵਾਰਤਾ ਸੁਣਾਈ ਕੋਈ ਹਦੀਸ ਦੀ। ਆਦ ਤੇ ਜੁਗਾਦ ਦੀਆਂ ਬਾਤਾਂ ਜਿੱਥੇ ਪੈਂਦੀਆਂ ਨੇ, ਖਬਰ ਕੋਈ ਦੱਸੀ ਉਸ ਰਾਹ ਦੀ। ਰਬਾਬ ਤੇ ਰਹੱਸ ਜਿੱਥੇ ਫਿਜ਼ਾ ਵਿੱਚ ਤੈਰਦੇ ਨੇ, ਸਾਖੀ ਕੋਈ ਸੁਣਾਈ ਪਾਤਸ਼ਾਹ ਦੀ। ਇਸ਼ਕੇ ਦੇ ਨੂਰ ਸਰੂਰ ਕਿਵੇਂ ਚੜ੍ਹਦੇ ਨੇ, ਕਿਵੇਂ ਰੂਹਾਂ ਜਾਂਦੀਆਂ ਨੇ ਰੰਗੀਆਂ। ਕਿਹੋ ਜਿਹਾ ਦਾਜ ਜੋੜ ਜਾਣਾ ਪੈਂਦਾ ਮਾਹੀ ਵੱਲ, ਜਿੱਥੇ ਜਿੰਦਾਂ ਜਾਂਦੀਆਂ ਨੇ ਮੰਗੀਆਂ। ਫਰੀਦੋਸ ਤੇ ਜਹਿਲਮ ਦੇ ਬਾਰੇ ਦੱਸੀ ਮਾਹੇ, ਦੱਸੀ ਫਰਕ ਕੀ ਕੁਫਰ ਈਮਾਨ 'ਚ। ਹਸ਼ਰਾਂ ਦੇ ਰੋਜ਼ ਦਾ ਨਜ਼ਾਰਾ ਦੱਸੀ ਮਾਏ ਮੈਨੂੰ, ਜਿਸਦਾ ਏ ਜ਼ਿਕਰ ਕੁਰਾਨ 'ਚ। ਅਗਲੀ ਲਿਖਤ ਹੈ ਇਤਰਾਂ ਦੀ ਜਾਈ। ਮਹਿਕਾਂ ਦੇ ਕੁੱਖੋਂ ਜਨਮੀ ਇਤਰਾਂ ਦੀ ਜਾਈ ਏ, ਯੂਸਫ ਦੇ ਸ਼ਹਿਰੋਂ ਏ ਜਾਂ ਫਿਰ ਹਮਸਾਈ ਏ। ਤਕਨੀ ਵਿੱਚ ਨੂਰ ਇਲਾਹੀ ਰੂਹਾਂ ਵਿੱਚ ਵੜਦੀ ਏ, ਸਾਹਾਂ ਵਿੱਚ ਕਰੇ ਤਿਲਾਵਤ ਆਇਤਾਂ ਨੂੰ ਪੜ੍ਹਦੀ ਏ। ਆਸ਼ਿਕ ਦਹਲੀਜ਼ ਉਹਦੀ ਤੇ ਜਾਜਕ ਬਣ ਆਉਂਦੇ ਨੇ, ਨਦੀਆਂ ਤੇ ਝਰਨੇ ਉਹਦੀ ਉਸਤਤ ਨੂੰ ਗਾਉਂਦੇ ਨੇ। ਪੀਰਾਂ ਦੀ ਤਸਬੀਹ ਵਰਗੀ ਹੀਰਾਂ ਦੀ ਚੂਰੀ ਏ, ਮੁਖੜੇ ਤੇ ਪਰਤ ਹਯਾ ਦੀ ਨੈਣੀ ਕਸਤੂਰੀ ਏ। ਚੰਦਨ ਦੀ ਖੁਸ਼ਬੂ ਏ ਜਾਂ ਕਲਮੇ ਦਾ ਰੂਪ ਕੋਈ, ਬੰਦਗੀ ਦੇ ਵਰਗੀ ਦਾ ਏ ਵੱਖਰਾ ਸਰੂਪ ਕੋਈ। ਵਾਸ਼ਨਾ ਖਿੰਡੇ ਚੁਫੇਰੇ ਖੋਲੇ ਜਦ ਕੇਸਾਂ ਨੂੰ, ਤੱਕ ਕੇ ਉਹਦੇ ਕੌਂਤਕ ਭੁੱਲੇ ਬੰਦਗੀ ਦਰਵੇਸ਼ਾਂ ਨੂੰ। ਫਜ਼ਰ ਦੀ ਰੰਗਤ ਹੈ ਜਾਂ ਢਲਦੀ ਸ਼ਾਮ ਜਹੀ, ਅਰਸ਼ਾਂ ਤੋਂ ਨਾਜ਼ਲ ਹੋਏ ਰੱਬੀ ਪੈਗਾਮ ਜਹੀ। ਅਗਲੀ ਲਿਖਤ ਹੈ ਅਲਫ ਤੇ ਮੀਮ। ਛੱਲਾ ਮੇਰਾ ਜੀ ਢੋਲਾ, ਕੰਨੀ ਵੰਜਲੀ ਦਾ ਸੁਰ ਪੈਂਦਾ। ਇਸ਼ਕ ਅਵਲੜਾ ਹੁੰਦਾ, ਛੱਡ ਤਖ਼ਤਾਂ ਨੂੰ ਤੁਰ ਪੈਂਦਾ। ਛੱਲਾ ਮੇਰਾ ਜੀ ਢੋਲਾ, ਹੱਥ ਰੱਖਿਆ ਕੁਰਾਨ ਉੱਤੇ, ਤੇਰਾ ਹੀ ਸਰੂਪ ਜਾਪਦਾ ਜਿੰਨੇ ਤਾਰੇ ਅਸਮਾਨ ਉੱਤੇ। ਛੱਲਾ ਮੇਰਾ ਜੀ ਢੋਲਾ, ਸਭ ਭਰਮ ਫਜ਼ੂਲ ਹੋਏ, ਗਿਰਜੇ ਚੋਂ ਸੁਣੀ ਆਰਤੀ ਜਦੋਂ ਇਸ਼ਕ ਨਜ਼ੂਲ ਹੋਏ। ਛੱਲਾ ਮੇਰਾ ਜੀ ਢੋਲਾ, ਤੇਰਾ ਇਸ਼ਕ ਅਜ਼ੀਮ ਹੋਵੇ, ਬਾਕੀ ਸਾਰਾ ਇਲਮ ਭੁੱਲੇ, ਚੇਤੇ ਅਲਫ ਤੇ ਮੀਮ ਹੋਵੇ। ਛੱਲਾ ਮੇਰਾ ਜੀ ਢੋਲਾ, ਅੱਖ ਟਿਕੀ ਏ ਸਰੂਰ ਉੱਤੇ, ਹੀਰਾਂ ਵਿੱਚ ਜਲਵਾ ਜਿਹਦੇ ਉਹੀ ਦਿਸਦਾ ਏ ਤੂਰ ਉੱਤੇ। ਅਗਲੀ ਲਿਖਤ ਹੈ ਰਮਜ਼। ਕੀ ਤੇਰੀ ਖਾਮੋਸ਼ੀ ਦੇ ਅਰਥਾਂ ਤੇ ਜਾਵਾਂ, ਜਾਂ ਨਾਦਾਂ ਹਵਾਵਾਂ ਦੇ ਸ਼ੋਰਾਂ ਨੂੰ ਸਮਝਾਂ। ਨੇ ਚੁੱਪ 'ਚ ਭੇਦ ਹਜ਼ਾਰਾਂ ਹੀ ਲਿਪਟੇ, ਤੇ ਬੋਲੀ 'ਚ ਲੁਕੀਆਂ ਨੇ ਲੱਖਾਂ ਹੀ ਰਮਜ਼ਾਂ। ਅਗਲੀ ਲਿਖਤ ਹੈ ਪੈਗੰਬਰਾਂ ਦੀ ਵਾਟ। ਆਹਟ ਚੁੱਪ ਤੇ ਮੌਨਾਂ ਵਾਲੇ, ਵੇਗ ਦੇ ਪਾੜੇ ਮਿਟ ਜਾਂਦੇ ਨੇ। ਬਾਬਾ ਤੇਰੀ ਸ਼ੋਅ ਦੇ ਨਾਲ ਤਸਬੀਹ ਤੇਗ ਦੇ ਪਾੜੇ ਮਿਟ ਜਾਂਦੇ ਨੇ। ਸਾਡਾ ਅਕੀਦਾ ਹੈ ਪਲਕਾਂ ਦੇ ਫੋਰ ਸਫਰੇ ਮਿਰਾਜ਼ ਹੋ ਜਾਣ ਦਾ। ਸਾਨੂੰ ਵਿਸ਼ਵਾਸ ਹੈ ਕਿ ਤੇਗ ਤੇ ਤਸਬੀਹ ਇੱਕੋ ਹੀ ਹੈ। ਜਦੋਂ ਤੁਹਾਡੀਆਂ ਰੂਹਾਂ ਤੇ ਰੂਹਾਨੀ ਕੌਂਤਕਾਂ ਦੀ ਛਾਂ ਹੋ ਜਾਵੇ ਤਾਂ ਲੋਹੇ ਨਾਲ ਮੜੇ ਹਾਥੀਆਂ ਨਾਲ ਟਕਰਾ ਜਾਣਾ ਤੇ ਦੇਹਾਂ ਨੂੰ ਆਰਿਆਂ ਨਾਲ ਚਿਰਵਾ ਲੈਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਸ਼ਕ ਦੇ ਰਾਹ ਦੇ ਪਾਂਧਿਆਂ ਲਈ ਦੇਹਾਂ ਲਿਬਾਸ ਮਾਤਰ ਹੀ ਹੋ ਜਾਂਦੀਆਂ ਨੇ। ਜਦੋਂ ਇਸ਼ਕ ਦੀ ਅੱਗ ਦੇਹਾਂ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਸੂਲੀਆਂ ਨੂੰ ਸਾਹਮਣੇ ਤੱਕ ਕੇ ਵੀ
ਅਨਲ ਹੱਕ ਦੇ ਨਾਅਰੇ ਗੂੰਜ ਉੱਠਦੇ ਹਨ, ਪਰ ਅਖੌਤੀ ਤਰਕ ਦੀ ਗਰਦ ਵਿੱਚ ਲਿਬੜੀਆਂ ਜੀਭਾਂ ਤਾਂ ਸੇਜਾਂ 'ਤੇ ਬੈਠ ਕੇ ਵੀ ਕੰਬ ਰਹੀਆਂ ਹੁੰਦੀਆਂ ਨੇ। ਮੈਨੂੰ ਖੈਬਰ ਦੀ ਜੰਗ ਦਾ ਵਾਕਿਆ ਚੇਤੇ ਆ ਰਿਹਾ ਹੈ। ਖੈਬਰ ਦੇ ਕਿਲ੍ਹੇ ਦਾ ਜੋ ਦਰਵਾਜ਼ਾ ਕਈ ਸਹਾਬੀਆਂ ਤੋਂ ਰਲ ਕੇ ਨਹੀਂ ਤੋੜਿਆ ਜਾ ਰਿਹਾ ਸੀ, ਉਸ ਨੂੰ ਹਜ਼ਰਤ ਅਲੀ ਤੋੜਦੇ ਹਨ ਤੇ ਆਪਣੀ ਢਾਲ ਬਣਾ ਲੈਂਦੇ ਨੇ। ਕਿਲ੍ਹਾ ਫਤਿਹ ਤੋਂ ਬਾਅਦ ਮੌਜੂਦ ਹਜ਼ਰਾਤ ਨੇ ਪੁੱਛਿਆ ਕਿ ਹਜ਼ਰਤ ਅਜਿਹਾ ਕੀ ਕਮਾਲ ਸੀ ਕਿ ਜੋ ਕਾਰਜ ਕਈਆਂ ਤੋਂ ਰਲ ਕੇ ਨਹੀਂ ਹੋਇਆ ਤੁਸੀਂ ਇਕੱਲਿਆਂ ਹੀ ਕਰ ਦਿੱਤਾ। ਫਰਮਾਇਆ ਹਜ਼ਰਤ ਕਿ ਜਦੋਂ ਮੈਂ ਕਿਲ੍ਹੇ ਦੇ ਦਰਵਾਜ਼ੇ ਵੱਲ ਵੱਧ ਰਿਹਾ ਸੀ ਤਾਂ ਮੇਰੇ ਮਹਿਬੂਬ ਹਜ਼ਰਤ ਮੁਹੰਮਦ ਦੀ ਹਲਕੀ ਜਿਹੀ ਨਿਗਾਹ ਮੇਰੇ ਵੱਲ ਹੋ ਗਈ ਤੇ ਇਹ ਸਾਰਾ ਕਮਾਲ ਹੀ ਹਜ਼ੂਰ ਦੀ ਨਿਗਾਹ ਮੁਬਾਰਕ ਦਾ ਏ। ਹੁਣ ਜਦੋਂ ਪੈਗੰਬਰਾਂ ਦੀ ਸੁੱਚੀ ਨਜ਼ਰ ਤੁਹਾਡੇ ਵੱਲ ਹੋ ਜਾਵੇ ਤਾਂ ਖੈਬਰ ਦੇ ਦਰਵਾਜ਼ੇ ਨੂੰ ਢਾਲ ਬਣਾ ਲੈਣ ਵਰਗੇ ਵਰਤਾਰੇ ਸਹਿਜੇ ਹੀ ਹੋ ਜਾਇਆ ਕਰਦੇ ਨੇ। ਸਾਡੀ ਮਾਨਸਿਕਤਾ ਇੰਨੀ ਨਿਘਾਰ ਵੱਲ ਜਾ ਚੁੱਕੀ ਹੈ ਕਿ ਅਸੀਂ ਪੈਗੰਬਰਾਂ ਦੀ ਤੁਲਨਾ ਕੁਝ ਬੇਤੁਕੇ ਤਰਕਾਂ ਤੇ ਹੋਸ਼ੀਆਂ ਦਲੀਲਾਂ ਰਾਹੀਂ ਆਮ ਵਰਤਾਰਿਆਂ ਜਾਂ ਮਨੁੱਖਾਂ ਨਾਲ ਕਰਨ ਲੱਗੇ ਹਾਂ। ਉਸ ਵਰਤਾਰੇ ਦੀ ਵਿਆਖਿਆ ਅਸੀਂ ਅਕਲ ਦੇ ਘੋੜੇ ਦੌੜਾ ਕੇ ਬੌਧਿਕ ਤਲ ਤੋਂ ਕਰਦੇ ਹਾਂ ਜੋ ਰੂਹਾਨੀ ਤਲ ਤੇ ਵਾਪਰਿਆ, ਤੇ ਉੱਥੇ ਅਸੀਂ ਤਰਕਾਂ ਦੀ ਭਾਰੀ ਪੰਡ ਚੁੱਕੀ ਫਿਰਦੇ ਹਾਂ ਜੋ ਕੇਵਲ ਵਿਸ਼ਵਾਸ ਤੇ ਅਕੀਦੇ ਦਾ ਰਾਹ ਹੈ, ਤੇ ਫਿਰ ਅਸੰਤੁਸ਼ਟ ਪਰਤ ਆਉਂਦੇ ਹਾਂ ਭਰਮ ਦੇ ਬੱਦਲਾਂ ਵਿੱਚ ਲੁਪਤ ਹੋ ਕੇ ਖਾਲੀ ਹੱਥ। ਭਲਾ ਚਾਨਣ ਦਾ ਵੀ ਕਦੇ ਅਨੁਵਾਦ ਹੋਇਆ, ਰੌਸ਼ਨੀਆਂ ਨੂੰ ਵੀ ਕਿਸੇ ਨੇ ਕੈਦ ਕੀਤਾ ਤੇ ਕਦੇ ਤਰਕਾਂ ਨੇ ਵੀ ਪੈਗੰਬਰਾਂ ਦੀ ਵਾਟ ਨਾਪੀ ਹੈ। ਤੁਹਾਡੀ ਬੌਧਿਕ ਪਹੁੰਚ ਦੀ ਹੱਦ ਕੇਵਲ ਕੀ, ਕਿਉਂ ਤੇ ਕਿਵੇਂ ਤੱਕ ਸੀਮਤ ਹੋ ਸਕਦੀ ਹੈ, ਪਰ ਵਿਸ਼ਵਾਸ ਦੇ ਪੰਧ ਦੇ ਰਾਹੀਂ ਜਾਣਦੇ ਨੇ ਕਿ ਕਿਵੇਂ ਸੀਸ ਨੂੰ ਤਲੀ ਤੇ ਰੱਖ ਕੇ ਮਹਿਬੂਬ ਦੀ ਗਲੀ ਵਿੱਚ ਦਾਖਲ ਹੋਣਾ ਹੈ, ਕਿਵੇਂ ਸੁੰਨ ਤੇ ਸਮਾਧੀਆਂ 'ਚ ਗੂੰਜਦੇ ਨੇ ਸਾਜ਼, ਕਿਵੇਂ ਅੰਤ ਹੀ ਹਕੀਕਤਾਂ 'ਚ ਹੁੰਦੇ ਨੇ ਆਗਾਜ਼, ਕਿਹੇ ਹੁਮਾ ਕੌਲ ਕੌਤਕ ਕੇ ਬਖਸ਼ਦੇ ਤਾਜ, ਕਿਵੇਂ ਪਲਕਾਂ ਦੇ ਫੌਰ ਹੁੰਦੇ ਸਫਰੇ ਮਿਰਾਜ, ਦਮ ਅਕਲਾਂ ਨੇ ਤੋੜੇ ਤੇਰੀ ਰਮਜ਼ ਵਿਰਾਟ, ਕੋਈ ਤਰਕਾਂ ਨੇ ਨਾਪੀਏ ਪੈਗੰਬਰਾਂ ਦੀ ਵਾਟ, ਕਿਵੇਂ ਯੂਸਫ ਨੇ ਤੱਕ ਲਏ ਹਕੀਕਤੀ ਖੁਆਬ, ਕਿਵੇਂ ਕੋਹੇ ਤੂਰ ਉੱਤੇ ਕੋਈ ਲਿਸ਼ਕੀ ਸੀ ਤਾਬ, ਕਿਵੇਂ ਰਤ ਵਿੱਚ ਚੰਡੀਆਂ ਦਾ ਵਾਸ ਕਰੇ ਆਬ, ਕਿਵੇਂ ਤੇਗ ਦੇ ਖੜਾਕ ਵਿੱਚੋਂ ਸੁਣਦੀ ਰਬਾਬ, ਤਾਪ ਬੁੱਧੀਆਂ ਨੂੰ ਚੜੇ ਛਿੜੇ ਸੋਚੀ ਝਰਨਾਟ, ਕਦੋਂ ਤਰਕਾਂ ਨੇ ਨਾਪੀਏ ਪੈਗੰਬਰਾਂ ਦੀ ਵਾਟ, ਕਿਵੇਂ ਪਲਾਂ 'ਚ ਸ਼ੈਤਾਨ ਹੋ ਗਿਆ ਇਬਲੀਸ, ਕਿਵੇਂ ਤਬੀਆਂ ਤੇ ਬੈਠ ਕੇ ਸਕੂਨ ਹੋ ਜੇ ਚੀਸ, ਕਿਵੇਂ ਰੱਖੇ ਵਿਸਮਾਤ 'ਚ ਕੋਈ ਤਲੀਆਂ ਤੇ ਸੀਸ, ਕਿਵੇਂ ਕੁਫਰ ਦੇ ਰੌਲਿਆਂ 'ਚ ਗੂੰਜਦੀ ਹਦੀਸ, ਕਿਸ ਬਿੰਦੂ ਉੱਤੇ ਜਾ ਕੇ ਮਿਲ ਜਾਂਦੇ ਨੀਰ ਲਾਟ, ਕਦੋਂ ਤਰਕਾਂ ਨੇ ਨਾਪੀਏ ਪੈਗੰਬਰਾਂ ਦੀ ਵਾਟ, ਕਿਵੇਂ ਸਗਲ ਕਾਇਨਾਤ ਹੋਈ ਕੁੰਡ ਤੋਂ ਤਾਮੀਰ, ਕਿਵੇਂ ਰੱਬ ਰਾਂਝਾ ਅਤੇ ਸਭ ਦੇਹੀਆਂ ਨੇ ਹੀਰ, ਤੱਕ ਆਰਿਆਂ ਨੂੰ ਹੱਸੇ ਉਹ ਕਿਹੇ ਸੀ ਫਕੀਰ, ਕਿਵੇਂ ਰੂਹਾਂ ਨੂੰ ਵੀ ਬੇਅਤ ਕਰਵਾ ਦਿੰਦੇ ਪੀਰ, ਕਿਵੇਂ 9 ਦਰ ਲੰਘ ਖੁੱਲੇ 10ਵਾਂ ਕਪਾਟ, ਕਦੋਂ ਤਰਕਾਂ ਨੇ ਨਾਪੀਏ ਪੈਗੰਬਰਾਂ ਦੀ ਵਾਟ। ਤਰਕ ਲਾਜ਼ਮੀ ਹੈ, ਪਰ ਉਹਨਾਂ ਵਰਤਾਰਿਆਂ ਤੇ ਜੋ ਦਲੀਲਾਂ ਤੇ ਤਰਕਾਂ ਦੇ ਦਾਇਰੇ ਵਿੱਚ ਆਉਂਦੇ ਨੇ। ਕਈ ਵਰਤਾਰੇ ਦਲੀਲਾਂ, ਅਕਲਾਂ ਤੇ ਤਰਕਾਂ ਤੋਂ ਪਰੇ ਵੀ ਹੁੰਦੇ ਨੇ। ਕੁਝ ਗੱਲਾਂ ਦੀ ਤਾਂ ਵਿਆਖਿਆ ਵੀ ਨਹੀਂ ਹੁੰਦੀ, ਕਈ ਕਥਨ ਤਾਂ ਹੁੰਦੇ ਹੀ ਅਕਥ ਨੇ। ਮੈਨੂੰ ਬੜਾ ਹਾਸੋਹੀਣਾ ਜਿਹਾ ਜਾਪਦਾ ਹੁੰਦਾ ਜਦੋਂ ਕੋਈ ਮੌਨ ਦੀ ਵਿਆਖਿਆ ਬੋਲ ਕੇ ਕਰ ਰਿਹਾ ਹੁੰਦਾ। ਇਹ ਬਿਲਕੁਲ ਇੱਦਾਂ ਹੀ ਹੈ ਜਿਵੇਂ ਕੋਈ ਨੇਤਰਹੀਣ ਚਾਨਣ ਦੇ ਹੁਸਨ ਦਾ ਵਰਣਨ ਕਰਨ ਦੀ ਕੋਸ਼ਿਸ਼ ਕਰੇ। ਭਲਾ ਮੌਨ ਦੀ ਵਿਆਖਿਆ ਵੀ ਬੋਲ ਕੇ ਹੋ ਸਕਦੀ ਹੈ? ਮੌਨ ਦੀ ਵਿਆਖਿਆ ਤਾਂ ਖੁਦ ਮੌਨ ਹੋਣਾ ਚਾਹੀਦਾ ਹੈ। ਖੈਰ, ਅਸੰਖ ਹੀ ਸੀਸ ਫਜ਼ਰ ਵੇਲੇ ਸਿਜਦਿਆਂ 'ਚ ਝੁਕ ਜਾਂਦੇ ਨੇ। ਕਿੰਨੇ ਹੀ ਮੁੱਖ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਬੌਧਿਕ ਪੱਧਰ ਤੋਂ ਉਪਜੀਆਂ ਦਲੀਲਾਂ ਭਾਵੇਂ ਕਿੰਨਾ ਹੀ ਰਹੱਸਮਈ ਵਰਤਾਰਿਆਂ ਦੇ ਕੌਂਤਕਾਂ ਨੂੰ ਝੁਠਲਾਉਂਦੀਆਂ ਰਹਿਣ, ਪਰ ਮਦੀਨੇ 'ਚੋਂ ਉੱਡੀ ਅਕੀਦੇ ਦੀ ਮਹਿਕ ਤੇ ਨਨਕਾਣਾ ਸਾਹਿਬ ਵਿੱਚ ਗੂੰਜੀ ਰਬਾਬ ਦੀ ਤਾਲ ਜੁਗਾਦ ਤੱਕ ਮਾਰਫਤ ਦੇ ਚਾਨਣ ਬਖੇਰਦੀ ਰਹੇਗੀ। ਅਗਲੀ ਲਿਖਤ ਹੈ ਰਹਿਤਾਂ ਨੇ ਸੰਵਿਧਾਨ। ਓਟ ਮਿਲੇ ਮਦੀਨਿਓਂ ਤੇ ਸਾਹੀਂ ਵਸੇ ਕੁਰਾਨ, ਪੈਗੰਬਰੀ ਬੋਲ ਕਾਨੂੰਨ ਨੇ ਤੇ ਰਹਿਤਾਂ ਨੇ ਸੰਵਿਧਾਨ। ਅਗਲੀ ਲਿਖਤ ਹੈ ਬੁੱਧਾਂ ਦੇ ਮੌਨ। ਇਸ਼ਕ ਤਾਂ ਪੌਣਾ ਦੇ ਵਿਚਲੀ ਮਹਿਕ ਨੂੰ ਵੱਲ ਦੱਸਦੇ ਨੇਤਰਾਂ ਵਿੱਚ ਪਾਉਣ ਦਾ, ਮਿਸ਼ਰੀਆਂ ਵਿੱਚ ਲੌਂਗ ਚੰਦਨ ਪੀਸ ਕੇ ਲੇਪ ਹੈ ਇਹ ਮੱਥਿਆਂ ਤੇ ਲਾਉਣ ਦਾ। ਇਸ਼ਕ ਹੈ ਹਿਜਰਤ ਕੇ ਯਸ਼ਰਬ ਵੱਲ ਦੀ, ਇਸ਼ਕ ਹੈ ਪੈਗਾਮ ਵਹੀ ਦੇ ਆਉਣ ਦਾ। ਇਸ਼ਕ ਦੀਵੇ ਮਾਰਫਤ ਦੇ ਬਾਲ ਕੇ ਨਾਮ ਹੁਜਰੇ ਰੂਹਾਂ ਦੇ ਮਹਿਕਾਉਣ ਦਾ।
ਸੁਗੰਧ ਹੈ ਇਹ ਜੰਨਤ ਉਲ ਫਿਰਦੌਸ ਦੀ, ਇਤਰ ਇਹ ਬਾਤਨ ਦੀ ਮੈਲ ਧੋਣ ਦਾ। ਵਾਸ਼ਨਾ ਨੂੰ ਰਿਸ਼ਮਾਂ ਵਿੱਚ ਲਪੇਟ ਕੇ ਢੰਗ ਹੈ ਇਹ ਸਾਹਾਂ ਤੇ ਛਿੜਕਾਉਣ ਦਾ। ਇਸ਼ਕ ਹੀ ਚੁੱਪਾਂ ਦੇ ਵਿਚਲਾ ਸ਼ੋਰ ਹੈ, ਇਹ ਰੂਪ ਹੈ ਬੁੱਧਾਂ ਦੇ ਮੌਨ ਹੋਣ ਦਾ। ਪਾਕੀਜ਼ਗੀ ਇਹ ਮੂਸਾ ਤੇ ਹੁਸੈਨ ਦੀ, ਅੰਤ ਇਹ ਯਜ਼ੀਦ ਤੇ ਫਿਰऔਨ ਦਾ। ਅਗਲੀ ਲਿਖਤ ਹੈ ਵਿਸਮਾਦੀ ਰੰਗਤ। ਖ਼ੁਆਬਾਂ 'ਚ ਖੁੱਲ੍ਹੇ ਸੀ ਦਰਵਾਜ਼ੇ ਰੂਹ ਦੇ, ਅੱਖੀਆਂ ਨੇ ਵੱਖਰੇ ਹੀ ਨੂਰ ਨੂੰ ਤੱਕਿਆ। ਕਿਤੇ ਤੱਕੇ ਲਲਾਰੀ ਮੈਂ ਰੰਗ ਦੇ ਫਿਜ਼ਾ ਨੂੰ, ਕਿਤੇ ਵੱਖਰੇ ਰੂਹਾਨੀ ਸਰੂਰ ਨੂੰ ਤੱਕਿਆ। ਜਿੱਥੇ ਮੂਸਾ ਮੁਹੰਮਦ ਨੂੰ ਬਖਸ਼ੀ ਪੈਗੰਬਰੀ, ਉਹ ਗਾਰੇ ਹਿਰਾ ਤੇ ਤੂਰ ਨੂੰ ਤੱਕਿਆ। ਜੋ ਧੁਰ ਹੀ ਸੂਲੀ ਸਲੀਬਾਂ ਦੇ ਆਸ਼ਿਕ, ਈਸਾ ਨੂੰ ਤੱਕਿਆ, ਮਨਸੂਰ ਨੂੰ ਤੱਕਿਆ। ਤੱਕੀ ਰਚਦੀ ਮੈਂ ਪੌਣਾ 'ਚ ਵਿਸਮਾਦੀ ਰੰਗਤ, ਬੰਦ ਅੱਖਾਂ ਨੇ ਜਦ ਸੀ ਹਜੂਰ ਨੂੰ ਤੱਕਿਆ। ਅਗਲੀ ਲਿਖਤ ਹੈ ਗੂੰਜਦੇ ਨੇ ਨਾਤ। ਅੱਧੀ ਰਾਤੀ ਆ ਕੇ ਜਿਹੜਾ ਖ਼ੁਆਬਾਂ 'ਚ ਜਗਾਵੇ, ਸਮਝ ਨਾ ਆਵੇ ਮੈਨੂੰ ਕੌਣ ਨੇ। ਰਾਤਰੀ ਦੇ ਪਿਛਲੇ ਜੇ ਪੈਰ ਮੈਨੂੰ ਜਾਪਦੇ, ਫਕੀਰ ਜਿਵੇਂ ਹੁਜਰੇ 'ਚ ਗੌਣ ਨੇ। ਗੂੰਜਦੇ ਨੇ ਨਾਦ ਸੁਨੇ ਵੰਜਲੀ ਵੀ ਕਾਹਨ ਦੀ, ਤੇ ਸੁਣਦੇ ਨੇ ਮੰਦਰਾਂ 'ਚੋਂ ਟੱਲ ਨੇ। ਟੂਣਾ ਕਿਹਾ ਕੀਤਾ ਉਹਨੇ ਰੂਹ ਉੱਤੇ ਮੇਰੇ, ਤੁਰਾਂ ਮੱਲੋ ਮੱਲੀ ਮੈਂ ਤਾਂ ਉਹਦੇ ਵੱਲ ਨੇ। ਚੰਦਨ ਦੀ ਮਹਿਕ ਨੂੰ ਇਤਰਾਂ 'ਚ ਘੋਲ ਗਿਆ, ਸਹਿਜੇ ਹੀ ਰੂਹ ਤੇ ਛਿੜਕਾ ਨੇ। ਸਾਹ ਉਹਦੇ ਇਸ਼ਕ ਦੀ ਹਾਮੀ ਭਰੀ ਜਾਨ, ਅਤੇ ਧੜਕਨ ਬਣ ਗਈ ਗਵਾਹ ਨੇ। ਬਾਦਸ਼ਾਹ ਦੇ ਵਾਂਗ ਜਾਪੇ ਕਦੇ ਕਦੇ ਵੇਸ ਉਹਦਾ, ਜਾਪਦਾ ਏ ਕਦੇ ਦਰਵੇਸ਼ ਨੇ। ਕਦੇ ਕਦੇ ਜਾਪਦਾ ਫਰਿਸ਼ਤਾ ਨੀ ਮੈਨੂੰ ਉਹ, ਜਿਹਦਾ ਫਿਰਦੌਸ ਨੇੜੇ ਦੇਸ਼ ਨੇ। ਅਗਲੀ ਲਿਖਤ ਹੈ ਉੜਦੀ ਹਵਾ। ਤੂੰ ਪੀਰਾਂ ਦੀ ਇਬਾਦਤਾਂ 'ਚ ਮੰਗੀ ਹੋਈ ਦੁਆਏਂ, ਤੂੰ ਰੋਹੀਆਂ ਤੇ ਬੇਲਿਆਂ 'ਚੋਂ ਉੜਦੀ ਹਵਾਏਂ। ਜਿਹੜਾ ਅੰਮ੍ਰਿਤ ਵੇਲੇ ਸੁਣੇ ਸੁਰ ਹੈ ਰਬਾਬ ਦਾ, ਰਾਵੀ ਦੀ ਰਵਾਨੀ ਏ ਤੂੰ ਨੀਰ ਹੈ ਚਨਾਬ ਦਾ। ਤੱਕਣੀ ਫਕੀਰਾਂ ਦੀ ਜਾਂ ਹੀਰਾਂ ਦੀ ਨਿਗਾਹ ਹੈ, ਤੂੰ ਰੋਹੀਆਂ ਤੇ ਬੇਲਿਆਂ 'ਚੋਂ ਉੜਦੀ ਹਵਾ ਏ। ਕਰੇ ਪਰ ਤੱਖਣਾ ਤੂੰ ਟਿੱਬਿਆਂ ਦੀ ਘੁੰਮ ਕੇ, ਖਾਕ ਕੋਹੇ ਨੂਰ ਹੋ ਜੇ ਪੈਰ ਤੇਰੇ ਚੁੰਮ ਕੇ। ਤੂੰ ਸੋਹਣੀਆਂ ਤੇ ਸੱਸੀਆਂ ਦੇ ਪ੍ਰੇਮ ਦੀ ਗਵਾਹ ਏ, ਤੂੰ ਰੋਹੀਆਂ ਤੇ ਬੇਲਿਆਂ 'ਚ ਉੜਦੀ ਹਵਾ ਏ। ਪੱਤਿਆਂ ਦੀ ਬੋਲੀ ਏ ਜਾਂ ਮਹਿਕ ਗੁਲਾਬ ਦੀ, ਤੂੰ ਹਰਫ ਜਾਂ ਤੁਕ ਕੋਈ ਫਾਰਸੀ ਕਿਤਾਬ ਦੀ। ਤੂੰ ਤਖਤ ਜਾਂ ਝੰਗ ਵੱਲ ਜਾਂਦਾ ਕੋਈ ਰਾਹ ਏ, ਤੂੰ ਰੋਹੀਆਂ ਤੇ ਬੇਲਿਆਂ 'ਚੋਂ ਉੜਦੀ ਹਵਾ ਹੈ। ਤੂੰ ਕਾਦਰ ਦੀ ਰਚਨਾ ਕੋਈ ਪਾਕ ਸ਼ਾਹਕਾਰ ਨਹੀਂ, ਰੂਪ ਮਹਿਤਾਬ ਦਾ ਤੂੰ ਫੁੱਲਾਂ ਦਾ ਆਕਾਰ ਨਹੀਂ। ਚੁੱਪ ਤੂੰ ਪਹਾੜਾਂ ਦੀ ਜਨੌਰਾਂ ਦੀ ਕਲਾ ਏ, ਤੂੰ ਰੋਹੀਆਂ ਤੇ ਬੇਲਿਆਂ 'ਚੋਂ ਉੜਦੀ ਹਵਾ ਏ। ਅਗਲੀ ਲਿਖਤ ਹੈ ਈਮਾਨ। ਆ ਜਾਵੇਗਾ ਨਜ਼ਰ ਲੈਲਾ 'ਚੋਂ ਵੀ ਜੇ ਪੱਕਾ ਹੈ ਈਮਾਨ, ਪਰ ਮੁਸ਼ਕਿਲ ਹੈ ਬੇਯਕੀਨੀ ਨਾਲ ਤਾਂ ਲਾ ਇਲਾਹਾਂ 'ਚੋਂ ਵੀ। ਅਗਲੀ ਲਿਖਤ ਹੈ ਲਗਾਂ ਦੀ ਸੁਗੰਧ। ਨੀ ਉਹ ਹਰਫਾਂ 'ਚ ਇਸ਼ਕ ਉਤਾਰਦਾ, ਉਹਦਾ ਸੁਖਨ ਨੀ ਸੀਨਿਆਂ ਨੂੰ ਠਾਰਦਾ। ਉਹ ਤਾਂ ਕਣੀਆਂ 'ਚ ਉੱਡਦੀ ਕੋਈ ਗੰਧ ਵਰਗਾ, ਮੁੰਡਾ ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ। ਪੜ੍ਹੀ ਉੱਚੀ ਉੱਚੀ ਵਾਰਿਸ ਦੀ ਹੀਰ ਨੀ, ਨਿਰਾ ਤੱਕਨੀ ਤੋਂ ਜਾਪਦਾ ਫਕੀਰ ਨੀ। ਨੀ ਉਹ ਹੱਜ ਵੱਲ ਜਾਂਦੇ ਕੋਈ ਪੰਧ ਵਰਗਾ, ਮੁੰਡਾ ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ। ਉਹ ਤਾਂ ਜਾਪਦਾ ਸੁਹੱਪਣਾ ਦਾ ਮੇਲ ਨੀ, ਨੂਰ ਮੁੱਖ ਤੇ ਜਿਉਂ ਫੁੱਲਾਂ ਤੇ ਤਰੇਲ ਨੀ। ਨਸ਼ਾ ਨੇਤਰਾਂ 'ਚ ਪਦਮ ਦੇ ਡੰਗ ਵਰਗਾ, ਮੁੰਡਾ ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ। ਨੀ ਉਹ ਬੁੱਲਾਂ ਨੂੰ ਛੁਹਾਂਦਾ ਜਦੋਂ ਵੰਝਲੀ, ਖਿੰਡੇ ਚੌਹਾਂ ਕੂਟ ਮਹਿਕ ਕੋਈ ਸੰਦਲੀ। ਕਿਸੇ ਮਹਾਕਾਵ ਵਿੱਚ ਲਿਖੇ ਬੰਦ ਵਰਗਾ, ਮੁੰਡਾ ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ। ਉਹ ਤਾਂ ਬੁੱਝਦਾ ਖਾਮੋਸ਼ੀਆਂ 'ਚੋਂ ਬਾਤ ਨੀ, ਉਹਦਾ ਇਸ਼ਕ ਹੀ ਮਜ਼ਹਬ ਜਾਤ ਨੀ। ਨੀ ਉਹ ਵਸਲਾਂ ਦੀ ਪੂਣੀਆਂ ਦੇ ਤੰਦ ਵਰਗਾ, ਮੁੰਡਾ ਸਖੀਓ ਨੀ ਲੌਂਗਾਂ ਦੀ ਸੁਗੰਧ ਵਰਗਾ। ਅਗਲੀ ਲਿਖਤ ਹੈ ਕਰਬਲਾ। ਤੀਹੀਆਂ 'ਚ ਅਲਫ ਹੁਸੈਨੀਆਂ ਦੇ ਨੂਰ ਨੇ, ਛੇੜਨੀ ਹੈ ਕੰਬਣੀ ਫਲਕ ਨੂੰ। ਨਾਰੇ ਤਕਬੀਰ ਦੇ ਜੁਗਾਦ ਤੱਕ ਗੂੰਜਣਗੇ, ਮੁੱਕਣੇ ਯਜ਼ੀਦ ਦਾ ਭਲਕ ਨੂੰ।
ਲੱਪ-ਕੂ ਹਨੇਰਿਆਂ ਦੇ ਨਾਲ ਕਿੱਥੇ ਮਿਟਣਾ ਏ, ਦਗ ਰਹੇ ਸੂਰਜਾਂ ਦੀ ਸ਼ਾਨ ਨੇ, ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ, ਰਤ ਵਿੱਚੋਂ ਉੱਗਣਾ ਈਮਾਨ ਏ। ਜੁੱਸਿਆਂ 'ਚ ਭਾਂਬੜ ਅਸੰਖ ਹੀ ਬਿਰਾਜ ਨੇ, ਤੇ ਰੂਹਾਂ ਵਿੱਚ ਅੰਤਾਂ ਦੀ ਠਾਰ ਹੈ। ਸਿਜਦੇ ਦੇ ਵਿੱਚ ਜਿਹੜੀ ਚੌਂਕੜਾ ਲਗਾਈ ਬੈਠੀ, ਸੁਰ ਤੋਂ ਅੰਬਰਾਂ ਤੋਂ ਪਾਰ ਹੈ। ਲਹੂ ਨਾਲ ਇਸ਼ਕ ਦੀ ਲਿਖਣਗੇ ਗਾਥਾ ਅੱਜ, ਬਖਸ਼ੇ ਜੋ ਇਲਮ ਕੁਰਾਨ ਨੇ, ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ, ਰਤ ਵਿੱਚੋਂ ਉੱਗਣਾ ਈਮਾਨ ਨੇ। ਤੇਗਾਂ ਵਾਲੇ ਸਾਏ ਹੇਠ ਜ਼ਕਰ ਏ ਰਸੂਲ ਹੁੰਦਾ, ਰਣਾ ਵਿੱਚ ਗੂੰਜ ਪੈਂਦੀ ਨਾਇਤ ਏ। ਬਦੀਆਂ ਦੀ ਰਾਤ ਭਾਵੇਂ ਕਿੰਨੀ ਹੀ ਸਿਆਹ ਹੋਵੇ, ਨੇਰ ਚੀਰ ਹੁੰਦੀ ਪ੍ਰਭਾਤ ਏ। ਸਗਲ ਧਰਤ 'ਚ ਤਿਲਾਵਤ ਏ ਕੁਰਾਨ ਹੋਣੀ, ਪੜ੍ਹਨੀ ਦਰੂਦ ਆਸਮਾਨ ਨੇ, ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ, ਰਤ ਵਿੱਚੋਂ ਉੱਗਣਾ ਈਮਾਨ ਨੇ। ਜਜ਼ਬੇ ਨੂੰ ਜਾਬਰਾਂ ਨੇ ਠੱਲ ਕਦੋਂ ਪਾਈ, ਕਦੋਂ ਰੌਸ਼ਨੀ ਦੇ ਹੋਏ ਅਨੁਵਾਦ ਨੇ। ਖੈਬਰ 'ਚ ਲਿਸ਼ਕੀ ਜੋ ਤੇਗ ਸਾਨੂੰ ਚੇਤੇ ਹੈ, ਰਿਹੱਸ ਗਾਰੇ ਹਿਰਾਂ ਦੇ ਵੀ ਯਾਦ ਨੇ। ਬਾਤਨ ਦੇ ਮੰਡਲਾਂ 'ਚ ਮੌਣ ਵਿੱਚ ਰੂਹ ਬੈਠੀ, ਜ਼ਾਹਰੀ ਜਿਹਾਦ ਦੇ ਤੂਫਾਨ ਨੇ, ਕਥਨ ਪੈਗੰਬਰਾਂ ਦੇ ਸਿਰ ਚੜ੍ਹ ਬੋਲਣੇ, ਰਤ ਵਿੱਚੋਂ ਉੱਗਣਾ ਈਮਾਨ ਏ। ਅਗਲੀ ਲਿਖਤ ਹੈ, ਇਸ਼ਕ ਕਦੇ ਕਰਬਲਾ ਨੂੰ ਚੁਣਦਾ, ਕਦੇ ਸਰਹੰਦ ਨੂੰ। ਬਸ ਇਸ਼ਕ ਦਾ ਹੀ ਪਸਾਰਾ ਹੈ ਚੌਂ ਤਰਫ, ਫਿਰ ਉਹ ਬਰਿੰਦਾਬਨ ਹੋਵੇ ਜਾਂ ਝੰਗ, ਕੀ ਫਰਕ ਪੈਂਦਾ। ਕਦੇ ਕਦੇ ਮੈਨੂੰ ਜਾਪਦਾ ਹੁੰਦਾ ਕਿ ਵੰਜਲੀ ਦੇ ਜਿਹੜੇ ਸੁਰਾਂ ਨੂੰ ਮਾਤਾ ਰਾਧਾ ਨੇ ਬਰਿੰਦਾਬਨ ਵਿੱਚ ਮਹਿਸੂਸਿਆ ਹੋਵੇਗਾ, ਐਨ ਉਹੀ ਕਸ਼ਿਸ਼ ਹੀਰ ਨੇ ਝੰਗ ਦੇ ਬੇਲਿਆਂ ਵਿੱਚ ਤੱਕੀ ਹੋਵੇਗੀ, ਤੇ ਉਸੇ ਵੰਜਲੀ ਨੂੰ ਰਾਂਝੇ ਦੇ ਬੁੱਲਾਂ ਨੇ ਚੁੰਮਿਆ ਹੋਵੇਗਾ, ਜਿਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਹੱਥਾਂ ਦੀ ਸੁਹਬਤ ਮਿਲੀ ਸੀ। ਕਮਾਲ ਹੈ ਇਸ਼ਕ ਦਾ ਆਗਮਨ ਵੀ, ਸੂਰਤਾਂ ਦੀ ਬੇਸੂਰਤੀ ਨਾਲ ਹੀ ਲੈ ਆਉਂਦਾ ਹੈ। ਬੁੱਧੀਆਂ ਤਾਂ ਪਹਿਲਾਂ ਹੀ ਕਿੱਲੀਆਂ ਤੇ ਟੰਗੀਆਂ ਜਾਂਦੀਆਂ ਨੇ ਇਸ ਦੇ ਪ੍ਰਵੇਸ਼ ਕਰਨ ਤੋਂ। ਅਕਲਾਂ ਦੇ ਘੜਿਆਂ ਨੂੰ ਤੇੜ ਪੈ ਜਾਂਦੀ ਏ, ਨਿੰਦਾ ਵਡਿਆਈ ਦੋਵੇਂ ਪਿੱਛੇ ਛੁੱਟ ਜਾਂਦੇ ਨੇ। ਤੀਰ ਜਦ ਰੂਹਾਂ ਤੇ ਤਰੀਕਤਾਂ ਦਾ ਵੱਜਦਾ, ਸੁਰਤਾਂ ਦੇ ਸਾਰੇ ਹੀ ਕਲਸ ਟੁੱਟ ਜਾਂਦੇ ਨੇ। ਮੈਨੂੰ ਹਜ਼ਰਤ ਅਲੀ ਦੇ ਦੌਰ ਦੀ ਸਾਖੀ ਚੇਤੇ ਆ ਰਹੀ ਹੈ। ਖਿਲਾਫਤ ਦਾ ਦੌਰ ਸੀ। ਕੁਝ ਲੋਕਾਂ ਦਾ ਖਿਆਲ ਸੀ ਕਿ ਖਲੀਫਾ ਹਜ਼ਰਤ ਅਲੀ ਨੂੰ ਹੋਣਾ ਚਾਹੀਦਾ, ਤੇ ਕੁਝ ਦਾ ਖਿਆਲ ਸੀ ਕਿ ਹਜ਼ਰਤ ਅਮੀਰ ਮੁਆਵੀਆ ਨੂੰ। ਅਚਾਨਕ ਇੱਕ ਦਿਨ ਹਜ਼ਰਤ ਹੁਸੈਨ ਕਿਸੇ ਗਲੀ 'ਚੋਂ ਗੁਜ਼ਰ ਰਹੇ ਸੀ ਤਾਂ ਵੇਖਿਆ ਕਿ ਕੈਸ ਗਲੀਆਂ ਦੀ ਰੇਤ ਨੂੰ ਬੈਠਾ ਆਪਣੇ ਸਿਰ ਵਿੱਚ ਪਾ ਰਿਹਾ ਹੈ। ਆਪ ਰੁਕੇ ਤੇ ਫਰਮਾਇਆ ਕਿ ਕੈਸ, ਤੈਨੂੰ ਕੀ ਲੱਗਦਾ ਹੈ ਕਿ ਖਲੀਫਾ ਕਿਸ ਨੂੰ ਹੋਣਾ ਚਾਹੀਦਾ ਹੈ, ਹਜ਼ਰਤ ਅਲੀ ਨੂੰ ਜਾਂ ਫਿਰ ਹਜ਼ਰਤ ਅਮੀਰ ਮੁਆਵੀਆ ਨੂੰ? ਕੈਸ ਬੋਲਿਆ ਕਿ ਹਜ਼ਰਤ, ਮੈਨੂੰ ਰੇਤੇ ਵਿੱਚੋਂ ਵੀ ਜਿਸਦੇ ਦੀਦਾਰ ਹੋ ਰਹੇ ਨੇ, ਖਲੀਫਾ ਤਾਂ ਮੇਰੀ ਲੈਲਾ ਨੂੰ ਹੀ ਹੋਣਾ ਚਾਹੀਦਾ ਹੈ। ਹੁਣ ਜਦੋਂ ਲੈਲਾ ਦਾ ਇਸ਼ਕ ਦੀਵਾਨਾ ਕਰ ਸਕਦਾ ਹੈ ਮਜਨੂ ਨੂੰ, ਤਾਂ ਸੋਚੋ ਪੈਗੰਬਰਾਂ ਦੇ ਇਸ਼ਕ ਦੀ ਰੰਗਤ ਕੈਸੀ ਹੋਵੇਗੀ। ਬਜ਼ੁਰਗ ਕਹਿੰਦੇ ਨੇ, ਜਦੋਂ ਸੁਹਾਬਾ ਦੇ ਸਾਹਮਣੇ ਪੈਗੰਬਰ ਦਾ ਨਾਮ-ਏ ਮੁਬਾਰਕ ਲਿਆ ਜਾਂਦਾ ਸੀ ਤਾਂ ਇਸ ਤਰ੍ਹਾਂ ਝੂਮ ਉੱਠਦੇ ਸਨ ਜਿਵੇਂ ਕਿ ਹਵਾ ਦੇ ਵਗਣ ਨਾਲ ਰੁੱਖ ਝੂਮਣ ਲੱਗਦੇ ਨੇ। ਹੁਣ ਤਾਂ ਸਾਡੇ ਹੀ ਵਿਸ਼ਵਾਸ ਤੇ ਅਕੀਦੇ ਦਾ ਇਹ ਹਾਲ ਹੋ ਗਿਆ ਕਿ ਮਹਿਬੂਬ ਦੂਰ ਜਾਪਣ ਲੱਗਿਆ। ਨਹੀਂ ਤਾਂ ਮਹਿਬੂਬ ਤਾਂ ਦੂਰ ਹੈ ਹੀ ਨਹੀਂ, ਨਜ਼ਦੀਕ ਹੀ ਹੈ, ਸ਼ਾਹ ਰਗ ਤੋਂ ਵੀ ਨੇੜੇ। ਇੱਕ ਵਾਰ ਅੱਖਾਂ ਨੂੰ ਹੰਝੂਆਂ ਦੇ ਪਾਣੀ ਦਾ ਵਜ਼ੂ ਤਾਂ ਕਰਵਾਓ ਤੇ ਵੇਖਿਓ ਮਦੀਨਾ ਅੰਦਰ ਹੀ ਤਾਮੀਰ ਹੁੰਦਾ ਜਾਪੇਗਾ। ਫਿਰ ਮਹਿਬੂਬ ਦੇ ਰਾਹ ਚਲਦਿਆਂ ਤੁਹਾਡੇ ਕਦਮਾਂ ਤੱਕ ਦੇ ਨਿਸ਼ਾਨ ਵੀ ਬਾਕੀ ਨਹੀਂ ਰਹਿਣੇ। ਤੁਰੋਗੇ ਤੁਸੀਂ ਤੇ ਪੈੜਾਂ ਤੇ ਛਾਪ ਪਿਆਰੇ ਦੀ ਹੋਵੇਗੀ, ਜ਼ੁਬਾਨ ਤੁਹਾਡੀ ਹੋਵੇਗੀ ਤੇ ਸ਼ਬਦ ਮਹਿਬੂਬ ਦੇ ਹੋ ਜਾਣਗੇ। ਤੇ ਜੇਕਰ ਮਹਿਬੂਬ ਦੇ ਨਾਲ ਚਲਦਿਆਂ ਰਾਈ ਦੇ ਦਾਣੇ ਮਾਤਰ ਵੀ ਤੁਹਾਡੀ ਖੁਦੀ ਜੀਵਤ ਹੈ, ਤਾਂ ਇਹ ਕਹਿਣਾ ਫਰੇਬ ਤੋਂ ਬਗੈਰ ਹੋਰ ਕੁਝ ਨਹੀਂ ਕਿ ਤੁਸੀਂ ਇਸ਼ਕ ਵਿੱਚ ਹੋ। ਇਸ਼ਕ ਦੇ ਵੱਖਰੇ ਵੱਖਰੇ ਰੰਗ ਨੇ ਤੇ ਆਸ਼ਕਾਂ ਦੇ ਵੀ ਆਪਣੇ ਆਪਣੇ ਹਾਲ। ਕਈ ਉਹ ਨੇ ਜੋ ਕੈਫੀਅਤ ਤੇ ਹਾਵੀ ਨੇ, ਤੇ ਕਈ ਅਜਿਹੇ ਨੇ ਜਿਨ੍ਹਾਂ ਤੇ ਕੈਫੀਅਤ ਹਾਵੀ ਹੈ। ਬਾਬਾ ਅਲੀ ਹੁਜਵੇਰੀ ਸਾਹਿਬ ਫਰਮਾਇਆ ਕਰਦੇ ਸਨ ਕਿ ਜਿਵੇਂ ਕੋਈ ਸ਼ਖਸ ਆਪਣੇ ਕੱਪੜੇ ਬਦਲਦਾ ਹੈ, ਇਵੇਂ ਸਾਡੇ ਇਸ਼ਕ ਦੀ ਕੈਫੀਅਤ ਇਹ ਹੈ ਕਿ ਅੱਲਾ ਨੇ ਇਸ਼ਕ ਦੇ ਜਿੰਨੇ ਵੀ ਰੰਗ ਅਤਾ ਕੀਤੇ ਨੇ, ਉਹਨਾਂ 'ਚੋਂ ਜੋ ਦਿਲ ਕਰੇ ਅਸੀਂ ਤਾਰੀ ਕਰ ਲਈਏ। ਦਿਲ ਕਰੇ ਤਾਂ ਹਿਜਰ ਨਾਜ਼ਲ ਹੋਵੇ, ਦਿਲ ਕਰੇ ਤਾਂ ਵਸਲ, ਦਿਲ ਕਰੇ ਤਾਂ ਵਜਦ ਦਾ ਆਗਮਨ ਹੋਵੇ, ਦਿਲ ਕਰੇ ਤਾਂ ਮਾਰਫਤ। ਤੁਸੀਂ ਇਸ਼ਕ ਨੂੰ ਨਹੀਂ ਲੱਭਦੇ, ਬਲਕਿ ਇਸ਼ਕ ਲੱਭ ਲੈਂਦਾ ਹੈ ਤੁਹਾਨੂੰ ਆਪ ਮੁਹਾਰੇ। ਇਸ਼ਕ ਕਦੇ ਕਰਬਲਾ ਨੂੰ ਚੁਣਦਾ ਹੈ ਤੇ ਕਦੇ ਸਰਹੰਦ ਨੂੰ, ਤੇ ਆਸ਼ਿਕ ਵੀ ਤਾਂ ਹਰ ਵਾਰ ਵੱਖਰੇ ਹੁੰਦੇ ਨੇ। ਕਦੇ ਹਜ਼ਰਤ ਹਸਨ ਤੇ ਹੁਸੈਨ, ਤੇ ਕਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਆਸ਼ਿਕ ਹਰ ਵਾਰ ਵੱਖਰੇ ਹੁੰਦੇ ਨੇ, ਪਰ ਇਸ਼ਕ ਤਾਂ ਕੁਨ ਫਾਇਆ ਕੁਨ ਦੇ ਵੇਲੇ ਤੋਂ
ਇੱਕੋ ਹੀ ਹੈ, ਨਾ ਤੇ ਅਨੰਤ ਕਾਲ ਤੱਕ ਰਹੇਗਾ। ਦੁਆ ਕਰੀਏ ਕਿ ਸ਼ਰਾਬ ਦੇ ਉਸੇ ਸੁਰਾਹੀ 'ਚੋਂ ਕੁਝ ਛਿੱਟੇ ਸਾਨੂੰ ਵੀ ਨਸੀਬ ਹੋ ਜਾਣ। ਉਹੀ ਸ਼ਰਾਬ ਜੋ ਜੁਨੈਦ ਨੂੰ ਪਿਆਈ, ਉਹੀ ਜਾਮ ਕਿ ਜਿਸ ਨੂੰ ਬਾਜ਼ੀਦ ਬਿਸਤਾਮੀ ਦੇ ਹੋਠਾਂ ਨੇ ਚੁੰਮਿਆ ਸੀ, ਕਿ ਜਿਸ ਦੇ ਪਿਆਲਿਆਂ ਦੀ ਰੰਗਤ ਨੇ ਪੁਰ ਨੂਰ ਕਰ ਦਿੱਤਾ ਮੌਲਾਨਾ ਰੂਮ ਨੂੰ। ਉਹੀ ਸ਼ਰਾਬ ਜਿਸ ਦੀ ਮਿਠਾਸ ਦਾ ਨਿੱਘ ਮਾਤਾ ਰਾਬੀਆ ਨੇ ਮਾਨਿਆ, ਕਿ ਜਿਸ ਮਹਿਖਾਨੇ ਦੇ ਛਿੱਟੇ ਧੋ ਕੇ ਰੱਖ ਦਿੰਦੇ ਹਨ ਬਦੀਆਂ ਨੂੰ ਤੇ ਬਾਕੀ ਰਹਿ ਜਾਂਦਾ ਕੇਵਲ ਉਸਦਾ ਨਾਮ। ਕੋਈ ਐਸਾ ਜਾਮ ਪਿਲਾ ਸਾਕੀ ਹੋ ਸਦਾ ਲਈ ਮਦਹੋਸ਼ ਜਾਵਾਂ, ਤੱਕ ਛਲਕ ਰਹੇ ਮਹਿਖਾਨੇ ਨੂੰ ਭੁੱਲ ਜਗ ਸਾਰੇ ਦੀ ਹੋਸ਼ ਜਾਵਾਂ। ਅਗਲੀ ਲਿਖਤ ਹੈ ਨਾਇਤ। ਉੱਥੇ ਸ਼ਾਮਾਂ ਆਇਤਾਂ ਪੜ੍ਹਦੀਆਂ ਨੇ ਤੇ ਰਾਤਾਂ ਰਕੂ 'ਚ ਖੜ੍ਹਦੀਆਂ ਨੇ। ਉੱਥੇ ਨਾਇਤ ਹਵਾਵਾਂ ਗਾਉਂਦੀਆਂ ਨੇ, ਉੱਥੇ ਮਹਿਕਾ ਝਾਂਜਰ ਪਾਉਂਦੀਆਂ ਨੇ। ਉੱਥੇ ਰਿਸ਼ਮਾਂ ਖਿੜੀਆਂ ਵੀ, ਉੱਥੇ ਪੜ੍ਹਨ ਤਹਿਜੁਦ ਚਿੜੀਆਂ ਵੀ। ਉੱਥੇ ਬੰਦਗੀ ਵਿੱਚ ਪਰਿੰਦੇ ਨੇ, ਉੱਥੇ ਮੇਘ ਵੀ ਖੁਤਬੇ ਦਿੰਦੇ ਨੇ। ਉੱਥੇ ਵਾਹ ਵਿੱਚ ਸ਼ੋਰ ਈਮਾਨ ਦਾ ਹੈ, ਕੰਠ ਫੀਜ਼ਾਨੂੰ ਪਾਠ ਕੁਰਾਨ ਦਾ ਹੈ। ਉੱਥੇ ਰੁੱਤਾਂ ਦੇ ਹੱਥ ਕਾਂਸੇ ਨੇ, ਤਲਬਾਂ ਵਿੱਚ ਨੈਣ ਪਿਆਸੇ ਨੇ। ਹੈ ਨਸ਼ਾ ਜਿਹਾਂ ਵਿੱਚ ਧੁੱਪਾਂ ਦੇ, ਵਿੱਚ ਸ਼ੋਰ ਫਕੀਰੀ ਚੁੱਪਾਂ ਦੇ। ਉੱਥੇ ਅੰਤ ਹੀ ਨੇ ਸ਼ੁਰੂਆਤ ਜਿਹੇ, ਤੇ ਦਿਨ ਚੜ੍ਹਦੇ ਨੇ ਰਾਤ ਜਿਹੇ। ਉੱਥੇ ਤਸਬੀਹ ਹੱਥ ਫਕੀਰਾਂ ਦੇ, ਉੱਥੇ ਚਸ਼ਮੇ ਜਮ ਨੀਰਾਂ ਦੇ। ਉੱਥੇ ਇੱਕੋ ਇੱਕ ਗ੍ਰੰਥ ਮਿਲੇ, ਇੱਕੋ ਦੀਨ ਤੇ ਇੱਕੋ ਪੰਥ ਮਿਲੇ। ਉੱਥੇ ਫਜ਼ਰੀ ਪੜ੍ਹੇ ਕੁਰਾਨ ਕੋਈ, ਕਿਤੇ ਲੈਅ ਵਿੱਚ ਕਰੇ ਅਜ਼ਾਨ ਕੋਈ। ਤੇ ਮੌਸਮ ਰੋਜ਼ੇ ਰੱਖਦੇ ਨੇ, ਜਿੱਥੇ ਨੂਰ ਸੱਜਣ ਦੀ ਆਖਦੇ ਨੇ। ਅਗਲੀ ਲਿਖਤ ਹੈ ਸਿਰਮੌਰ ਰਚਨਾ। ਲੱਖਾਂ ਹੀ ਮਹਾਕਾਵ ਤੇਰੇ ਵਾਲਾਂ 'ਚ ਉਲਝੇ ਫਿਰਦੇ ਨੇ। ਅਸੰਖ ਹੀ ਨਜ਼ਮਾਂ ਤੇਰੇ ਹੁਸਨ ਦਾ ਤਵਾਫ ਕਰਦੀਆਂ ਨੇ। ਤੇਰੇ ਕਦਮ ਪੁੱਟਦੇ ਹੀ ਸ਼ਬਦਾਂ ਦਾ ਮੰਗਲਾ ਚਰਨ ਆਰੰਭ ਹੋ ਜਾਂਦਾ ਹੈ, ਤੇ ਸਭ ਤੋਂ ਸਿਰਮੌਰ ਰਚਨਾ ਦਾ ਰਾਹ ਤੇਰੇ ਨੈਣਾਂ ਵਿੱਚੋਂ ਦੀ ਹੋ ਕੇ ਜਾਂਦਾ। ਅਗਲੀ ਲਿਖਤ ਹੈ ਰਾਤਾਂ ਜਿਹੇ ਕੇਸ। ਕਿੱਕਰਾਂ ਦੀ ਉੱਡੇ ਮਹਿਕ ਵੇ, ਹਵਾ ਠਹਿਰ ਮੇਰੇ ਕੋਲੋਂ ਲੰਘਦੀ। ਵੇ ਰਾਤਾਂ ਜਿਹੇ ਕੇਸਾਂ ਵਾਲਿਆ, ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗ ਦੀ। ਟਿੱਬਿਆਂ 'ਚ ਕਾਹੀ ਮਹਿਕੇ, ਰੰਗ ਸੂਹਾ ਹੋਈ ਜਾਂਦਾ ਏ ਤਰੇਲ ਦਾ। ਅੱਕਾਂ ਵਿੱਚ ਘੁਲੀ ਮਿਸ਼ਰੀ, ਮੈਨੂੰ ਖੁਆਬ ਰਾਤੀ ਆਇਆ ਸਾਡੇ ਮੇਲ ਦਾ। ਸਿਤਾਰਿਆਂ ਦੀ ਰੌਸ਼ਨੀ ਜਿਹਾ ਕਿਹੀ ਉਸਤਤ ਕਰਾਂ ਤੇਰੇ ਰੰਗ ਦੀ। ਵੇ ਰਾਤਾਂ ਜਿਹੇ ਕੇਸਾਂ ਵਾਲਿਆ, ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗ ਦੀ। ਕਿ ਫਿਜ਼ਾ 'ਚ ਸਰੂਰ ਘੁਲਿਆ, ਪੌਣ ਇਤਰੀ ਸੁਗੰਧੀਆਂ ਖਿਲਾਰਦੀ। ਨਫਲੀ ਨਮਾਜ਼ ਪੜ੍ਹ ਕੇ ਦੀਵੇ ਤੇਰੇ ਨਾਂ ਦੇ ਪਾਣੀਆਂ 'ਚ ਤਾਰਦੀ। ਕਿ ਅੱਧੀ ਰਾਤੀ ਸੁਣੇ ਵੰਜਲੀ, ਨਾਲੇ ਖੁਆਬਾਂ ਵਿੱਚ ਆਵੇਂ ਮਾਈ ਝੰਗਦੀ। ਵੇ ਰਾਤਾਂ ਜਿਹੇ ਕੇਸਾਂ ਵਾਲਿਆ, ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗ ਦੀ। ਖੁਮਾਰੀਆਂ ਦੀ ਆਮਦ ਹੁੰਦੀ, ਤੇਰੀ ਦੀਦ ਪਿੱਛੋਂ ਹੋਸ਼ ਜਿਹਾ ਖੋ ਜਾਵੇ। ਕਿ ਬਾਹਰੋਂ ਸਭ ਆਮ ਹੀ ਰਹਿੰਦਾ, ਪਰ ਅੰਦਰਾਂ 'ਚ ਖੜਕਾ ਜਿਹਾ ਹੋ ਜਾਵੇ। ਵੇ ਅੰਬਰਾਂ ਦਾ ਅੰਤ ਕੋਈ ਨਾ, ਹੁੰਦੀ ਹੱਦ ਨਹੀਂ ਉਹ ਅੱਲੜਾਂ ਦੀ ਸੰਗ ਦੀ। ਵੇ ਰਾਤਾਂ ਜਿਹੇ ਕੇਸਾਂ ਵਾਲਿਆ, ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗ ਦੀ। ਅਗਲੀ ਲਿਖਤ ਹੈ ਦਰਗਾਹ। ਤੇਰੇ ਨੈਣ ਚਿਰਾਗ ਨੇ ਹੁਜਰਿਆਂ ਦੇ, ਮਹਿਕ ਤੂਫਾਨ ਦੀ ਤੇਰੇ ਸਾਹਾਂ ਵਰਗੀ। ਕੇਸ ਪੋਹ ਦੀ ਟਿੱਕੀ ਹੋਈ ਰਾਤ ਜਿਹੇ, ਤੇਰੀ ਨਜ਼ਰ ਹੈ ਕਿਸੇ ਦਰਗਾਹ ਵਰਗੀ। ਅਗਲੀ ਲਿਖਤ ਹੈ ਨੌ ਦਰ। ਹੈ ਅੰਦਰ ਵੀ ਉਹ ਬਾਹਰ ਵੀ, ਹੈ ਬਾਤਨ ਵੀ ਉਹ ਜ਼ਾਹਰ ਵੀ। ਕਣ ਕਣ ਵਿੱਚ ਨੂਰ ਨੀ ਜਿਸਦਾ ਏ, ਨਾ ਲੁਕਦਾ ਏ ਨਾ ਦਿਸਦਾ ਏ। ਹੁਣ ਸੋਚਾਂ ਪਈਆਂ ਸਮਝਾਂ ਨੀ, ਕੋਈ ਦੱਸੋ ਇਸ਼ਕ ਦੀਆਂ ਰਮਜ਼ਾਂ ਨੀ। ਦਰ ਨੌ ਲੰਘ ਸੁਣਿਆ ਮਿਲਦਾ ਏ, ਜਿੱਥੇ ਬੂਟਾ ਇਸ਼ਕ ਦਾ ਖਿਲਦਾ ਏ। ਹੈ ਮਹਿਕ ਸਜਣ ਦੀਆਂ ਯਾਦਾਂ ਦੀ, ਜਿੱਥੇ ਗੂੰਜ ਹੈ ਸੁਣਦੀ ਨਾਦਾਂ ਦੀ। ਅਜਲਾਂ ਤੋਂ ਉਹਦੀ ਤਲਾਸ਼ ਸਈਓ, ਮੈਨੂੰ ਲੈ ਜਾਓ ਮਾਹੀ ਪਾਸ ਸਈਓ। ਅਗਲੀ ਲਿਖਤ ਹੈ ਭੈਮਈ ਕਲਪਨਾ। ਦੂਰ ਦੁਰਾਡੇ ਕਾਲੀ ਰਾਤ 'ਚ, ਕਿਸੇ ਪਹਾੜੀ ਗੁਫਾ ਦੇ ਅੰਦਰੋਂ, ਭੈਮਈ ਹਾਸਾ ਰੋਣ ਡਰਾਉਣਾ ਰੋਜ਼ ਹੀ ਗੂੰਜੇ। ਜੀਕਣ ਕੇ ਕਿਸੇ ਰੂਹੀ ਦੇ ਵਿੱਚ ਚਿਰ ਤੋਂ ਭੁੱਖੀ ਪ੍ਰੇਤ ਆਤਮਾ ਤੇ ਕੋਈ ਡਾਇਨ ਵਾਲ ਖਿਲਾਰੀ ਹੱਡੀਆਂ ਹੂੰਝੇ।
ਉਸੇ ਪਹਾੜੀ ਗੁਫਾ ਦੇ ਕੋਲੋਂ ਮੋਮਬੱਤੀਆਂ ਦੇ ਘੇਰੇ ਅੰਦਰ ਕਾਲੇ ਕੱਪੜਿਆਂ ਵਾਲੀ ਸ਼ੈ ਕੋਈ ਰਾਤੀ ਨੱਚੇ। ਨਾਚ ਉਹਦਾ ਏਦਾਂ ਜਾਪੇ ਜੀਕਣ ਕੇ ਸ਼ਮਸ਼ਾਨ ਘਾਟ ਵਿੱਚ ਕਿਸੇ ਅਮਾਵਸ ਵਾਲੀ ਰਾਤ ਨੂੰ ਮੁਰਦਾ ਮੱਚੇ। ਅਗਲੀ ਲਿਖਤ ਹੈ ਜਜ਼ਬੇ ਦਾ ਸਿਖਰ। ਜੋਸ਼ ਸਮਝੀ ਨਾ ਢਲੇ ਹੋਏ ਨੇ, ਕਥਨ ਪੈਗੰਬਰਾਂ ਦੇ ਸਾਡੀ ਰਤ ਵਿੱਚ ਰਲੇ ਹੋਏ ਨੇ। ਯਾਦ ਖੈਬਰ ਤੇ ਉਹਦ ਕਰੋ, ਉਮਰ ਦੇ ਵੰਸ਼ਜ ਹੋ ਤੁਸੀਂ, ਜਿਹਾਦ ਤੇ ਜੋਹਦ ਕਰੋ। ਗੂੰਜੇ ਦੇਹਾਂ ਵਿੱਚ ਵੇਗ ਮੀਆਂ, ਬੰਦਗੀ ਤੇ ਜੰਗ ਇੱਕੋ ਹੈ, ਇੱਕੋ ਤਸਬੀਹ ਤੇ ਤੇਗ ਮੀਆਂ। ਚੇਤੇ ਨਬੀਆਂ ਦੀ ਦੀਦ ਆਵੇ, ਜਜ਼ਬੇ ਦਾ ਸਿਖਰ ਹੁੰਦਾ ਜਦ ਜਦ ਵੀ ਯਦੀਵ ਆਵੇ। ਬਾਤ ਪੈਂਦੀ ਏ ਤੌਹੀਦਾਂ ਦੀ, ਪੈਗੰਬਰੀ ਬੋਲ ਸੁਣਦੇ ਰੂਹ ਠਰਦੀ ਮੁਰੀਦਾਂ ਦੀ। ਪਾਣੀ ਰਾਵੀ ਦੇ ਵਹਿੰਦੇ ਨੇ, ਈਨ ਸਾਡੇ ਖੂਨ ਵਿੱਚ ਨਾ, ਬੋਲ ਬਾਣੀਆਂ ਦੇ ਕਹਿੰਦੇ ਨੇ। ਸੀਸ ਤਲੀ ਰੱਖ ਲੜਦੇ ਨੇ, ਆਰਿਆਂ ਨੂੰ ਤੱਕ ਤੱਕ ਕੇ ਯੋਧੇ ਜਪਜੀ ਪੜ੍ਹਦੇ ਨੇ। ਅਗਲੀ ਲਿਖਤ ਹੈ ਹੀਰ। ਸਾਨੂੰ ਤਾਂ ਪਿਆਰਾ ਤੇਰਾ ਤਖ਼ਤ ਹਜ਼ਾਰਾ, ਜਿੱਥੇ ਚੜ੍ਹਦੀ ਸਵੇਰ ਸੁਹੇ ਰੰਗ ਦੀ। ਕੈਦੋਆਂ ਦੇ ਡੇਰੇ ਜਿੱਥੇ, ਦਿਲਾਂ 'ਚ ਹਨੇਰੇ ਜਿੱਥੇ, ਪਾਵਣੀ ਨਾ ਬਾਤ ਅਸਾਂ ਝੰਗ ਦੀ। ਹੋਰ ਕੀ ਸਬੂਤ ਰੱਖਾਂ, ਰੂਹ ਕਲਬੂਤ ਰੱਖਾਂ, ਕਾਂਸਿਆਂ ਦੇ ਵਿੱਚ ਮਾਹੀ ਚਾਕਵੇ। ਦਿਨ ਅਤੇ ਰੇਨ ਮਾਹੀ, ਅੱਖੀਆਂ ਬੇਚੈਨ ਮਾਹੀ, ਤੱਕ ਤੈਨੂੰ ਹੁੰਨੀਆਂ ਮੈਂ ਪਾਕ ਵੇ। ਰੂਹ ਦਾ ਤੂੰ ਕੱਜਣ ਵੇ, ਬਿਨ ਤੇਰੇ ਸੱਜਣ ਵੇ, ਜਾਣੇ ਕੌਣ ਹਿਜਰਾਂ ਦੀ ਕੂਕ ਨੂੰ। ਇਸ਼ਕੇ ਦੀ ਗੰਧ ਆਵੇ, ਪੌਣਾ 'ਚੋਂ ਸੁਗੰਧ ਆਵੇ, ਸੁਣ ਤੇਰੀ ਵੰਝਲੀ ਦੀ ਹੂਕ ਨੂੰ। ਦੇਹੀਆਂ ਤੋਂ ਪਾਰ ਦੀ ਹੈ, ਉਸ ਦਰਬਾਰ ਦੀ ਹੈ, ਇਹੋ ਬਾਤ ਚੇਤੇ ਭੁੱਲੀ ਸੰਸਾਰ ਨੂੰ। ਜਿੰਦੜੀ ਜਗੀਰ ਤੇਰੀ, ਅਜ਼ਲ ਤੋਂ ਹੀਰ ਤੇਰੀ, ਮੱਥੇ ਤੇ ਸਜਾਇਆ ਤੇਰੇ ਪਿਆਰ ਨੂੰ। ਅਗਲੀ ਲਿਖਤ ਹੈ ਪਿੰਡ ਵਾਲੀ ਢਾਬ। ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ, ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ। ਦੱਸਾਂਗੇ ਕਿ ਸੁਰਤ ਕਿਉਂ ਹੋ ਝੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾਂ ਦੀ ਤਾਰੀਫ ਚੱਲੀ ਜਾਂਦੀ ਹੈ। ਮਹਿੰਦੀ ਹੱਥੇ ਰੰਗ ਕਦੋਂ ਖੁਆਬਾਂ ਵਿੱਚ ਆਉਂਦੇ ਨੇ, ਹਾਸੇ ਕਦੋਂ ਸੂਹੀ ਜਿਹੀ ਬਾਰਿਸ਼ ਕਰਾਉਂਦੇ ਨੇ। ਕਿਸ ਵੇਲੇ ਅਕਲਾਂ ਦੀ ਹਵਾ ਠੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾਂ ਦੀ ਤਾਰੀਫ ਚੱਲੀ ਜਾਂਦੀ ਹੈ। ਹੁਸਨਾਂ ਦੇ ਟੋਟਕੇ ਕੀ ਹਾਲ ਕਰ ਦਿੰਦੇ ਨੇ, ਦੱਸਾਂਗੇ ਖੁਮਾਰ ਕੇ ਹੀ ਚਾਲ ਕਰ ਦਿੰਦੇ ਨੇ। ਪੌਣ ਹਾਲੇ ਕੂਲੇ ਜਿਹੇ ਪੈਗਾਮ ਘੱਲੀ ਜਾਂਦੀ ਹੈ, ਹਾਲੇ ਤੇਰੇ ਨੈਣਾਂ ਦੀ ਤਾਰੀਫ ਚੱਲੀ ਜਾਂਦੀ ਹੈ। ਕਿਹੜੇ ਪਲ ਹਾਵੀ ਹੁੰਦਾ ਇਸ਼ਕ ਈਮਾਨ ਤੇ, ਲਿਖਾਂਗੇ ਰੁਬਾਈ ਇੱਕ ਤੇਰੀ ਮੁਸਕਾਨ ਤੇ। ਦੱਸਾਂਗੇ ਕਿ ਜਿੰਦ ਕਿਵੇਂ ਹੋ ਕੱਲੀ ਜਾਂਦੀ ਏ, ਹਾਲੇ ਤੇਰੇ ਨੈਣਾਂ ਦੀ ਤਾਰੀਫ ਚੱਲੀ ਜਾਂਦੀ ਹੈ। ਅਗਲੀ ਲਿਖਤ ਹੈ ਤਸੱਵੁਰ। ਨਬੀਆਂ ਦਾ ਸ਼ਹਿਰ ਹੋਵੇ, ਕੋਲੇ ਕੋਈ ਨਹਿਰ ਹੋਵੇ, ਤੂਰ ਦੀ ਅੰਜੀਲ ਜੋ ਕੋਈ ਬਾਤ ਨਾ ਪਾ ਰਿਹਾ ਹੋਵੇ। ਬਾਤ ਦੇ ਰਹੱਸ ਵਿੱਚੋਂ ਨੂਰ ਰਿਸੀ ਜਾਂਦਾ ਹੋਵੇ, ਧੂਫਾਂ ਦੀ ਮਹਿਕ ਉੱਡੇ ਪੀਰਾਂ ਦੀ ਮਜ਼ਾਰ 'ਚੋਂ। ਮਜ਼ਾਰ 'ਚ ਫਕੀਰ ਕੋਈ ਕੁਰਾਨ ਪੜ੍ਹ ਰਿਹਾ ਹੋਵੇ, ਆਇਤਾਂ ਦਾ ਜਲਵਾ ਚੁਫੇਰੇ ਦਿਸੀ ਜਾਂਦਾ ਹੋਵੇ। ਆਇਤਾਂ ਦੀ ਗੂੰਜ ਹੋਵੇ, ਫਾਹਿਤਾਂ ਦਾ ਜ਼ੋਰ ਹੋਵੇ, ਹੁਜ਼ਰੇ ਦੇ ਆਲਿਆਂ 'ਚ ਦੀਪ ਜਗ ਰਹੇ ਹੋਣ, ਦੀਵਿਆਂ ਵਿਚਾਲੇ ਕੋਈ ਪਾਠ ਕਰ ਰਿਹਾ ਹੋਵੇ। ਟਿਕੀ ਹੋਈ ਰਾਤ ਹੋਵੇ, ਬਦੀ ਦੀ ਵਫਾਤ ਹੋਵੇ, ਪੀਰ ਕੋਈ ਹਦੀਸ ਵਿੱਚੋਂ ਸਾਖੀ ਪੜ੍ਹੀ ਜਾਂਦਾ ਹੋਵੇ। ਖਾਲੀ ਮਹਿਕਾਨਿਆਂ 'ਚ ਜਾਮ ਭਰ ਰਿਹਾ ਹੋਵੇ, ਇੱਕੋ ਇੱਕ ਜਾਤ ਹੋਵੇ, ਸੁਣ ਰਹੀ ਨਾਇਤ ਹੋਵੇ। ਅੱਲਾ ਦੇ ਪੈਗੰਬਰ ਦਾ ਜ਼ਿਕਰ ਕਮਾਲ ਹੋਵੇ, ਬੰਦਗੀ ਦੀ ਹੁਜ਼ਰੇ 'ਚ ਸ਼ਮਾ ਮਚ ਰਹੀ ਹੋਵੇ। ਸ਼ਮਾ ਵਾਲੀ ਰੌਸ਼ਨੀ 'ਚ ਖੁੱਲ੍ਹਿਆ ਕੁਰਾਨ ਹੋਵੇ, ਸ਼ਬਦਾਂ ਦੇ ਚਾਨਣ ਨਾ ਰੌਸ਼ਨ ਈਮਾਨ ਹੋਵੇ। ਬਾਹਰੋਂ ਸਭ ਸ਼ਾਂਤ ਹੋਵੇ, ਰੂਹ ਨੱਚ ਰਹੀ ਹੋਵੇ। ਅਗਲੀ ਲਿਖਤ ਹੈ ਖੁਮਾਰੀਆਂ। ਹੁੰਦਾ ਮੱਠਾ ਮੱਠਾ ਪੁੱਬਲ 'ਚ ਸੇਕ ਜਿਉਂ, ਜਾਂ ਫੇ ਉੱਡਦੀ ਹੈ ਟਿੱਬਿਆਂ 'ਚ ਰੇਤ ਜਿਉਂ। ਜਿਵੇਂ ਨਾਗ ਹੋਣ ਕੁੰਜ ਨੂੰ ਉਤਾਰਦੇ, ਜਿਵੇਂ ਰੁਮਕਦੇ ਬੁੱਲੇ ਸੀਨਾ ਠਾਰਦੇ, ਜਿਵੇਂ ਕੁਕਨਸ ਬਿਰਹਾਂ 'ਚ ਗਾਵਦੇ, ਉਸ ਤਲਬ 'ਚ ਖੁਦ ਨੂੰ ਜਲਾਵਦੇ। ਖਿੰਡ ਜਾਵੇ ਜਿੱਦਾਂ ਮਹਿਕ ਕੋਈ ਸੰਦਲੀ, ਸੁਣੇ ਟਿੱਲਿਆਂ 'ਚੋਂ ਰਾਂਝਿਆਂ ਦੀ ਵੰਝਲੀ। ਜਿੱਦਾਂ ਚੋਟੀ ਬਰਫੀਲੀ ਕੋਈ ਖੁਰ ਜੇ, ਛੱਡ ਤਖ਼ਤ ਕੋਈ ਝੰਗ ਵੱਲ ਤੁਰ ਜੇ। ਜਿਵੇਂ ਚੰਦਨ ਕੋਈ ਸਾਹਾਂ 'ਚ ਨਿਚੋੜ ਜੇ, ਨੀਂਦ ਸੁੱਤਿਆਂ ਖਿਆਲਾਂ ਦੀ ਕੋਈ ਤੋੜ ਜੇ। ਜਿਵੇਂ ਰੌਸ਼ਨੀ ਹਨੇਰਿਆਂ 'ਚ ਟਹਿਲ ਜੇ, ਜਿਵੇਂ ਸ਼ੋਰਾਂ ਵਿੱਚ ਚੁੱਪ ਕੋਈ ਫੈਲ ਜੇ। ਜਿਵੇਂ ਝਨਾਂ 'ਚ ਪ੍ਰੀਤ ਲਾਵੇ ਤਾਰੀਆਂ, ਏਦਾਂ ਉਸਦੇ ਦੀਦਾਰ 'ਚ ਖੁਮਾਰੀਆਂ।